ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ। ਆਨ ਨ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਵ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਵ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸ਼ਾਮ ਦੇ ਸਮੇਂ ਜੋ ਮਹਾਰਾਜ ਨੇ ਆਪਣੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਅਤ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੁਆਰਾ ਰਚਿਤ ਜੋ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੀ ਕਿ ਲੜੀਵਾਰ ਜੋ ਕਥਾ ਕਾਫੀ ਸਮੇਂ ਤੋਂ ਮਾਈ ਭਾਈ ਸਰਵਣ ਕਰਦੇ ਆ ਰਹੇ, ਤੋਂ ਆਪਾਂ ਸਮਾਪਤੀ ਵਾਲਾ ਅਧਿਆਏ ਉੱਤਰਾਰਧ ਭਾਗ ਵਿੱਚ ਜੋ 60ਵਾਂ ਅਧਿਆਏ ਹੈ ਉਹ ਪੜ੍ਹ ਸੁਣ ਰਹੇ ਹਾਂ, ਜਿਹਦੇ ਵਿੱਚ ਗਿਆਨੀ ਜੀ ਨੇ ਜ਼ਮਾਨੇ ਦੀ ਤਬਦੀਲੀ, ਸਮੇਂ ਦੇ ਬਦਲਦੇ ਹਾਲਾਤ ਦੱਸੇ ਆ। ਕੱਲ ਆਪਾਂ ਇਹ ਕਥਾ ਸਰਵਣ ਕੀਤੀ ਹੈ। ਗਿਆਨੀ ਜੀ ਕਹਿੰਦੇ, ਭਾਈ ਹੁਣ ਮੈਂ ਤਾਂ ਤੇ ਪਹਿਲੇ ਸਿੰਘਨ ਕੇ ਅਰ ਮਦ ਕੇ ਅਬ ਕੇਰ ਲਖਨ ਕਿੰਚਤ ਕਹਿਤ ਹੋਂ ਸਹੀ ਸਹੀ ਲਿਹੋ ਹੇਰ। ਪਹਿਲੇ ਸਿੰਘਾਂ ਦੇ, ਫਿਰ ਜਿਹੜੇ ਵਿੱਚ ਵਿਚਾਲੇ ਮੱਧ ਵਿੱਚ ਹੋਏ ਉਹਨਾਂ ਦੇ, ਔਰ ਜਿਹੜੇ ਹੁਣ ਸਹੀ ਸਹੀ ਕਹਿੰਦੇ ਭਾਈ ਲੱਛਣ ਦੱਸਦਾ, ਤੁਸੀਂ ਭਾਈ ਦੇਖ ਲਓ। ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਉਸ ਸਮੇਂ ਜਿਹੜੇ ਸਿੰਘ ਹੁੰਦੇ ਸਨ ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਰਾਜ ਲਿਆ। ਹਿੰਦੁਸਤਾਨ ਦੀ, ਹਿੰਦੂ ਧਰਮ ਦੀ ਵੀ ਰੱਖਿਆ ਕੀਤੀ। ਵਾਹਿਗੁਰੂ ਦਾ ਭਜਨ ਸਿਮਰਨ ਕਰਨ ਵਾਲੇ ਸੀ, ਵਿਕਾਰਾਂ ਤੋਂ ਰਹਿਤ ਸਨ, ਸ਼ੁਭ ਗੁਣਾਂ ਵਾਲੇ, ਅਨੰਨ ਭਗਤ,
ਔਰ ਪਰਉਪਕਾਰੀ ਸੰਤ ਪੁਰਸ਼ਾਂ ਦਾ ਸਤਿਕਾਰ ਕਰਨ ਵਾਲੇ, ਪੰਥ ਦੇ ਸੰਤ ਤੋਂ ਬਿਨਾਂ, ਗੁਰੂ ਗ੍ਰੰਥ ਤੋਂ ਬਿਨਾਂ ਕਿਸੇ ਅੱਗੇ ਸੀਸ ਨਹੀਂ ਸੀ ਝੁਕਾਉਂਦੇ। ਇਸ ਤਰ੍ਹਾਂ ਦੀ ਜੀਵਨ ਤੇ ਅਕਾਲ ਪੁਰਖ ਪਰਮੇਸ਼ਰ ਤੇ ਭਰੋਸਾ ਰੱਖਣ ਵਾਲੇ ਪੈਗੰਬਰਾਂ ਵਰਗੀ ਆਪਣੀ ਉਪਜੀਵਕਾ ਰੱਖਦੇ ਸੀ ਔਰ ਸਾਦੇ ਲਿਬਾਸ ਵਿੱਚ ਭੂਰਿਆਂ ਦੀ ਗਲਤੀ ਮਾਰ ਕੇ ਰਹਿੰਦੇ ਸਨ। ਐਸਾ ਗੁਰੂ ਮਹਾਰਾਜ ਨੇ ਜੋ ਆਪਣਾ ਖਾਲਸਾ ਪੰਥ ਸਾਜਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ, ਪ੍ਰਚਾਰ ਕਰਦੇ। ਕੋਈ ਕਿਸੇ ਨਾਲ ਈਰਖਾ ਦਵੈਸ਼ ਨਹੀਂ ਸੀ। ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਸਿੰਘ ਪਹਿਲੇ ਸਮਿਆਂ ਵਿੱਚ ਹੁੰਦੇ ਸਨ। ਗਰ ਅੰਗ ਰੱਖੇ ਜਾਮੇ, ਕੁੜਤੀ ਸੁਤਣੀ ਭਾਵੇਂ, ਸੈਲਵਾਰੈ ਦਸਤਾਰੈ ਧਾਰੈ ਤਬ ਥੇ ਇਤੈ। ਇੱਥੇ ਤੱਕ ਆਪਾਂ ਕਥਾ ਪਹਿਲੇ ਸਿੰਘਾਂ ਦੀ ਜਿਹੜੀ ਹੈ ਉਹ ਪੜ੍ਹੀ ਹੈ। ਹੁਣ ਗਿਆਨੀ ਜੀ ਭਾਈ ਜਿਹੜੇ ਵਿਚਕਾਰ ਮੱਧ ਵਿੱਚ ਸਮਾਂ ਆਇਆ ਉਹਨਾਂ ਬਾਰੇ ਦੱਸ ਰਹੇ ਆ। ਫਿਰ ਕਹਿੰਦੇ ਅਬਕੇ ਬਾਰੇ ਜਿਹੜੇ ਹੋਣ ਵਾਲੇ ਆ ਉਹ ਦੱਸਾਂਗੇ। ਆਓ ਪਿਆਰ ਸਤਿਕਾਰ ਨਾਲ ਅੱਗੇ ਕਥਾ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਿਓ ਜੋ ਲਾਹੌਰ ਮਹਾਰਾਜੇ ਰਣਜੀਤ ਸਿੰਘ। ਫਿਰ ਭਾਈ ਸਮਾਂ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਇਆ। ਉਸਨੇ ਲਾਹੌਰ ਮੱਲਿਆ। ਤੌਰ ਔਰ ਹੀ ਅਮੀਰ ਗੌਰ ਚਾਲੇ ਭਾਰੇ ਥੇ। ਤਾਂ ਉਸ ਸਮੇਂ ਜਿਹੜੇ ਵੱਡੇ ਅਮੀਰ ਸਨ ਹੋਰ ਢੰਗ ਨਾਲ, ਹੁਣ ਥੋੜਾ ਰੀਤੀ ਬਦਲ ਗਈ ਤੇ ਬਹੁਤੇ ਹੋਰ ਢੰਗਾਂ ਸਹਿਤ ਚੱਲਣ ਲੱਗ ਪਏ। ਪੇਚੇ ਲੱਗ ਦਸਤਾਰੇ ਖੋੜੀਆਂ ਸੋ ਟੂਟੀ ਵਾਰੇ। ਕਹਿੰਦੇ ਫਿਰ ਦਸਤਾਰਾਂ ਬਦਲ ਗਈਆਂ। ਛੋਟੇ ਪੇਚਾਂ ਵਾਲੀਆਂ ਖੋਤੀਆਂ, ਭਾਵ ਪੇਚਾਂ ਦੀਆਂ ਤਹਿਆਂ ਵਾਲੇ, ਔਰ ਟੂਟੀ ਨੋਕਾਂ ਵਾਲੇ ਦਸਤਾਰੇ ਹੋ ਗਏ। ਸਾਫੇ ਸੁੱਠ ਕੰਨਾਂ ਵਾਰੇ, ਗੋਟੇ ਸਹਿ ਸਵਾਰੇ ਥੇ। ਫਿਰ ਭਾਈ ਉੱਤੇ ਸੋਹਣੀਆਂ ਸੁੰਦਰ ਕੰਨੀਆਂ, ਪੱਲਿਆਂ ਵਾਲੇ ਸਾਫੇ, ਗੋਟੇ ਨਾ ਸਵਾਰੇ ਹੋਏ। ਜਿਹੜਾ ਸਾਫਾ ਗਲ ਚ ਪਾ ਕੇ ਰੱਖਦੇ ਆ, ਕਈ ਪ੍ਰਚਾਰਕਾਂ ਦੇ ਦੇਖਿਆ ਗਲ ਚ ਪਰਨੇ ਨੂੰ ਗੋਟਾ ਲਾਇਆ ਹੁੰਦਾ। ਇੱਕ ਮੈਨੂੰ ਮਿਲਿਆ, ਮੈਂ ਕਿਹਾ ਵੀ ਇਹ ਤਾਂ ਬੀਬੀਆਂ ਚੁੰਨੀ ਨੂੰ ਲਾਉਂਦੀਆਂ ਹੁੰਦੀਆਂ। ਫਿਰ ਤੂੰ ਅਰਦਾਸ ਕਰ ਲੈ ਮਹਾਰਾਜ ਵੇ ਕਿ ਗਾਂ ਵਾਲਾ ਜਨਮ ਬੀਬੀ ਦਾ ਦੇ ਦੀ ਜੇ ਗੋਟੇ ਲਾਉਣ ਦਾ ਹੀ ਸ਼ੌਂਕ ਹੈ। ਪ੍ਰਚਾਰਕਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਟਸ਼ਨ ਮਸ਼ਨ ਹੀ ਨਹੀਂ ਲੋਟ ਆਉਂਦੇ। ਇਹੋ ਜਿਹਾ ਕੁਛ ਹੈ। ਚੋਲਿਆਂ ਦਾ ਪਤਾ ਨਹੀਂ ਲੱਗਦਾ ਕਿਹੋ ਜਿਹੇ ਨੇ। ਤੇ ਇੰਨਾ ਕੁਛ ਫੁੱਲ ਬੂਟੀਆਂ ਬਾਹੀਆਂ ਹੁੰਦੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰਸਿੱਖ ਨੂੰ ਸਾਦਗੀ ਜਿੰਨੀ ਚੰਗੀ ਹੈ, ਜਿਹੜਾ ਪ੍ਰਚਾਰਕ ਉਹਦੇ ਲਈ ਤੇ ਖਾਸ ਕਰਕੇ ਹੈ, ਕਿਉਂਕਿ ਉਹਨੇ ਦੁਨੀਆ ਦੇ ਸਾਹਮਣੇ ਇੱਕ ਮਾਡਲ ਪੇਸ਼ ਕਰਨਾ ਹੈ। ਤੋ ਰਹੋ ਵਿਚਾਰ। ਇਸ ਤਰ੍ਹਾਂ ਦੇ ਗਿਆਨੀ ਜੀ ਕਹਿੰਦੇ ਭਾਈ ਸਾਫੇ ਸੁੱਠ ਕੰਨਾਂ ਵਾਰੇ, ਗੋਟੇ ਸਹਿ ਸਵਾਰੇ ਥੇ। ਸੋਹਣੇ ਸੁੰਦਰ ਪੱਲਿਆਂ ਵਾਲੇ ਸਾਫੇ, ਗੋਟੇ ਨਾ ਸਵਾਰੇ ਹੋਏ। ਐਸੇ ਫਿਰ ਜਿਹੜੇ ਹੈ ਪਹਿਨਣ ਵਿੱਚ ਆ ਗਏ। ਗੋਡਿਓਂ ਤੱਕ ਕੱਛੈ ਅੱਛੈ, ਸੂਸੀ ਸੀ ਪ੍ਰਤੱਛੈ ਚਾਲੀ। ਗੋਡਿਆਂ ਤੱਕ ਕੱਛਾ, ਕਸ਼ਹਿਰੇ ਸੂਸੀ ਦੀਆਂ ਆਮ ਚੱਲ ਪਈਆਂ, ਇੱਕ ਧਾਰੀਦਾਰ ਕੱਪੜੇ ਦੀਆਂ। ਫਿਰ ਇਹ ਆਮ ਚੱਲ ਪਈਆਂ। ਆਯੁਧ ਕਮਰ ਕਸੈ ਦੁਸਤ ਸੰਭਾਰੇ ਥੇ। ਤੇ ਪੂਰੀ ਚੁਸਤੀ ਸਹਿਤ ਕਮਰ ਕਸਿਆਂ ਵਿੱਚ ਸ਼ਸਤਰ ਸੰਭਾਲ ਕੇ ਰੱਖਦੇ ਸਨ। ਸੂਰਬੀਰ ਖੂਪ ਥੇ ਕੇ ਭੂਪਨ ਕੇ ਭੂਪ ਥੇ। ਚੰਗੇ ਸੂਰਬੀਰ ਸਨ
ਔਰ ਰਾਜਿਆਂ ਦੇ ਰਾਜੇ ਸੀ ਉਸ ਸਮੇਂ ਵੀ ਅਜੇ ਮੱਧ ਦੇ ਵਿੱਚ ਕਿ ਦੇਵਤਾ ਸਰੂਪ ਥੇ ਅਨੂਪ ਸਿੰਘ ਸਾਰੇ ਥੇ। ਸਾਰੇ ਸਿੰਘ ਦੇਵਤਿਆਂ ਵਰਗਾ ਸਰੂਪ ਔਰ ਉਪਮਾ ਰਹਿਤ ਸਨ। ਬੰਡੀਆਂ ਤੇ ਜਾਮੇ ਅੰਗ ਰੱਖੇ ਕਾਦਰੇ ਤਮਾਮ। ਫਿਰ ਭਾਈ ਖੁੱਲੇ ਘੇਰੇ ਦੀਆਂ ਗਿਆਨੀ ਜੀ ਕਹਿੰਦੇ ਕਲੀਆਂ ਵਾਲੀਆਂ ਝੱਗੀਆਂ, ਕਲੀਦਾਰ ਕੁੜਤੇ ਬਣ ਗਏ, ਅੰਗ ਰੱਖੇ, ਤਣੀਦਾਰ ਖੁੱਲੇ ਵੱਡੇ ਚੋਲੇ, ਕਾਦਰੇ, ਕਾਦਰੇ ਗਿਲਤੀ ਨੂੰ ਕਹਿੰਦੇ ਸਾਰੇ ਹੀ। 30 30 40 40 ਗਜ ਹੂੰ ਲੌਰਾ ਚਤੇ। 30 30 40 40 ਗਜ ਤੱਕ ਬਣਾਉਂਦੇ ਸਨ। ਕੀਮ ਖਾਬ ਦਰਿਆਈ ਕਨਾ ਵੇਜ ਤਾਸ। ਇਹ ਬਸਤਰਾਂ ਦੇ ਨਾਂ ਹੈ। ਕੀਮ ਖਾਬ ਔਰ ਦਰਿਆਈ, ਇਹ ਰੇਸ਼ਮੀ ਬਸਤਰ ਇੱਕ ਤਰ੍ਹਾਂ ਦਾ, ਦਰਿਆਈ ਕਿਸਮ ਦਾ ਰੇਸ਼ਮੀ ਬਸਤਰ। ਫਿਰ ਕਨਾ ਵੇਜ ਔਰ ਤਾਸ, ਇਹ ਜਰੀ ਨਾਲ ਬੁਣਿਆ ਹੋਇਆ, ਜਿਹਦਾ ਤਾਣਾ ਰੇਸ਼ਮ ਦਾ ਤੇ ਪੇਟਾ ਜਰੀ ਦਾ, ਉਹਨੂੰ ਤਾਸਲਾ ਕਹਿੰਦੇ ਨੇ। ਗੁਲ ਬਦਨ ਸਾਟਨ ਅਤਲਸ ਆਦ ਸੱਚ ਤੇ। ਫਿਰ ਇਹ ਵੀ ਇੱਕ ਬਸਤਰਾਂ ਦੇ ਨਾਂ ਹੀ ਹੈ। ਗੁਲ ਬਦਨ, ਇਹ ਵੀ ਇੱਕ ਲਾਲ ਰੰਗ ਦਾ ਧਾਰੀਦਾਰ ਰੇਸ਼ਮੀ ਬਸਤਰ ਹੈ। ਸਾਟਨ ਪੁਰਾਣੇ ਸਮੇਂ 'ਚ ਹੁੰਦੀ ਸੀ, ਚਮਕਦਾ ਹੋਇਆ ਚਮਕੀਲਾ ਜਿਹਾ ਕੱਪੜਾ, ਉਹਨੂੰ ਸਾਟਨ ਕਹਿੰਦੇ ਸੀ। ਆਤਲਸ, ਇਹ ਵੀ ਰੇਸ਼ਮੀ ਬਸਤਰ ਹੈ। ਇਹ ਤੇ ਆਦਿਕ ਕਹਿੰਦੇ ਇਕੱਠੇ ਕਰਦੇ। ਤਾਂ ਪਰ ਕਤੂਨ ਪੱਠੇ ਗੋਟੇ ਤਿਲੇ ਜਰੀ ਖਰੀ। ਤੇ ਉਹਨਾਂ ਦੇ ਉੱਤੇ ਜਰੀ ਦਾ ਬਣਿਆ ਹੋਇਆ ਫੀਤਾ, ਕਤੂਨ ਪੱਠਾ, ਗੋਟੇ ਤਿੱਲਾ, ਇਸ ਤਰ੍ਹਾਂ ਜਰੀ ਦਾ ਲਾਉਂਦੇ। ਕਾਰ ਹੋਤੀ ਆਨ ਗਨ ਕਾਰੀਗਰ ਖੱਚ ਤੇ। ਇਹਦਾ ਬਹੁਤ ਕੰਮ ਹੁੰਦਾ ਸੀ ਤੇ ਕਾਰੀਗਰ ਇਹ ਚੀਜ਼ਾਂ ਜੜਦੇ ਹੁੰਦੇ ਸਨ। ਐਸ ਹੀ ਸੈਲਵਾਰੈ ਦਸਤਾਰੈ ਸਿਰ ਪੇਚ। ਇਸੇ ਤਰ੍ਹਾਂ ਹੀ ਸਿਰ ਦੇ ਉੱਤੇ ਪਹਿਨਣ ਦਾ ਇੱਕ ਗਹਿਣਾ, ਜਿਹੜਾ ਪੱਗ ਦੇ ਉੱਪਰ ਦੀ ਜਿਗਾ ਦੀ ਤਰ੍ਹਾਂ ਸਜਾਉਂਦੇ ਸੀ, ਉਹਨੂੰ ਸਲਵਾਰ ਕਹਿੰਦੇ। ਸਲਵਾਰੈ ਵਾਵੇ ਨਾ, ਦਸਤਾਰੈ ਸਿਰ ਪੇਚ। ਕਲਗੀ ਜਿਗਾ ਦੁਪੱਟੇ ਗੋਟੇ ਹੀ ਸੈ ਖੱਚ ਤੇ। ਕਲਗੀ ਜਿਗਾ, ਦੁਪੱਟਿਆਂ ਨੂੰ ਗੋਟੇ, ਐਸਾ ਕੁਝ ਲੱਗਣਾ ਸ਼ੁਰੂ ਹੋ ਗਿਆ। ਛੱਲੇ ਛਾਪ ਕੰਕਨ ਅੰਗਦ ਕੰਠੇ ਮੋਤੀ ਮਾਲੈ। ਇਹ ਹੁਣ ਗਹਿਣੇ ਆ ਗਏ। ਛੱਲੇ ਛਾਪਾਂ ਕੜੇ। ਅੰਗਦ, ਅੰਗਦ ਇੱਕ ਬਾਜੂਬੰਦ ਨੂੰ ਕਹਿੰਦੇ, ਬਹੂਟਾ ਵੀ ਕਹਿੰਦੇ ਨੂੰ। ਕੰਠਾ, ਮੋਤੀਆਂ ਦੀਆਂ ਮਾਲਾਂ। ਮੁਰਕੀ ਤੁੰਗਲ ਬਾਲੇ ਸਭ ਜੇ ਸੁਹਾਵ ਤੇ। ਮੁਰਕੀਆਂ ਜਿਹੜੇ ਪੁਰਸ਼ ਕੰਨਾਂ 'ਚ ਪਾ ਲੈਂਦੇ। ਫਿਰ ਵਾਲੀਆਂ ਇਸਤਰੀਆਂ ਦੇ ਕੰਨਾਂ ਦਾ ਗਹਿਣਾ ਸਬਜ਼ਾ, ਇਹ ਹਰੇ ਰੰਗ ਦਾ ਰਤਨ ਹੈ। ਇਹ ਭਾਈ ਸੋਭਦੇ ਸੀ। ਪੇਟੀ ਢਾਲ ਤਰਵਾਰ ਗਾਤਰੇ ਪੱਥੇ ਕਟਾਰ। ਪੇਟੀ ਲਾਉਂਦੇ ਸੀ ਲੱਕ ਨੂੰ ਤੇ ਢਾਲ, ਤਲਵਾਰ ਗਾਤਰੇ, ਪੱਥੇ ਵਿੱਚ ਕਟਾਰ। ਕੰਧ ਪੈ ਕੁਵੰਡ ਬਾਜ ਹਾਥ ਪੈ ਬਹਾਵ ਤੇ। ਮੋਢੇ ਤੇ ਧਨੁਸ਼ ਤੇ ਹੱਥ ਤੇ ਬਾਜ ਬਹਾਉਂਦੇ ਸਨ। ਇਹੋ ਪਹਿਰਾਵਾ ਹੁਤੋ ਰਾਜੇ ਸਰਦਾਰਨ ਕਾ। ਇਹ ਪਹਿਰਾਵਾ ਹੁੰਦਾ ਸੀ ਰਾਜਿਆਂ ਤੇ ਸਰਦਾਰਾਂ ਦਾ। ਤਿਉਂ ਹੀ ਰਾਣੀਆਂ ਕੇ ਹੋਤੇ ਜੇਵਰ ਅਮਾਵ ਤੇ। ਇਸੇ ਤਰ੍ਹਾਂ ਜਿਹੜੀਆਂ ਉਹਨਾਂ ਦੀਆਂ ਰਾਣੀਆਂ ਸਨ, ਉਹਨਾਂ ਦੇ ਵੀ ਬਹੁਤ ਗਹਿਣੇ ਹੁੰਦੇ ਸੀ। 100 ਗਜ ਮਹਿੰਗੇ ਕੇ ਲਹਿੰਗੇ ਥੇ ਪੇਸ਼ ਵਾਜੈ। ਬੜਾ ਮਹਿੰਗਾ ਕੱਪੜਾ, 100 ਗਜ ਦੇ ਗਿਆਨੀ ਜੀ ਕਹਿੰਦੇ ਲਹਿੰਗੇ ਘੱਗਰੇ ਔਰ ਪੇਸ਼ ਵਾਜੈ, ਪੇਸ਼ਵਾਜ। ਇਹ ਗੁਰਮੁਖੋ ਜਿਵੇਂ ਇਸਤਰੀਆਂ ਸਲਵਾਰ ਜਾਂ ਘੱਗਰੇ ਹੇਠਾਂ ਤੇੜ ਪਹਿਨਣ ਵਾਲਾ ਇੱਕ ਜਿਹੜਾ ਰੇਬਦਾਰ ਪਜਾਮਾ ਵਗੈਰਾ, ਉਹਨੂੰ ਪੇਸ਼ਵਾਜ ਕਿਹਾ ਜਾਂਦਾ ਹੈ। ਇਹ ਜਰਾਬਾਂ ਵਾਂਗੂ ਉਣਿਆ ਹੋਇਆ ਹੁੰਦਾ।
ਇਹ ਪੁਰਾਣੇ ਸਮਿਆਂ ਵਿੱਚ ਪਹਿੰਦਿਆਂ ਥੀ ਦਰਾਜੈ ਗੋਟੇ ਜਰੀ ਤਿੱਲੇ ਡੋਰੀ ਲਾਭ ਤੇ। ਇਹ ਵੱਡੇ ਵੱਡੇ ਫਿਰ ਭਾਈ ਗੋਟਾ ਜਰੀ ਤਿੱਲਾ ਪਰਾਂਦੇ ਨੂੰ ਡੋਰੀ ਲਾਉਂਦੇ। ਏਕ ਭੀ ਪੁਸ਼ਾਕ ਜਾਂ ਕੋ ਬਖਸ਼ੈ ਥੇ ਪਾਕ ਸੋ। ਇੱਕ ਵੀ ਪੁਸ਼ਾਕ ਜਿਹਨੂੰ ਕੋਈ ਪਵਿੱਤਰ ਭਾਵ ਚੰਗੀ ਬਖਸ਼ਿਸ਼ ਹੁੰਦੀ। ਆਗੇ ਤਾਂ ਕੀ 4-5 ਸਾਚ ਖੂਪ 20 ਹੈ। ਤੇ ਅੱਗੇ ਉਹਦੀਆਂ ਠੀਕ ਚੰਗੀਆਂ 4-5 ਪੁਸ਼ਾਕਾਂ ਗਿਆਨੀ ਜੀ ਕਹਿੰਦੇ ਬਣ ਜਾਂਦੀਆਂ ਸਨ। ਜਾਗਤੇ ਗਰੀਬ ਕੇ ਅਜੀਬ ਹੂੰ ਨਸੀਬ ਤਾਂ ਸੈ। ਜਦੋਂ ਕੋਈ ਗਰੀਬ ਨੂੰ ਮਿਲ ਜਾਂਦੇ ਸੀ ਉਹ 4-4 5-5 ਬਣਾ ਲੈਂਦੇ ਸੀ ਉਹ ਤੋਂ। ਇਸ ਕਰਕੇ ਗਰੀਬਾਂ ਦੇ ਤਾਂ ਭਾਈ ਬੜੇ ਅਚਰਜ ਹੀ ਫਿਰ ਭਾਗ ਜਾਗਦੇ। ਹੋਵਤੀ 1000-1200 ਕੀ ਲੋਕ ਦੀਸ ਹੈ। ਲੋਕ ਦੇਖਦੇ ਸੀ ਇੱਕ ਪੁਸ਼ਾਕ 1000-1200 ਦੀ ਹੁੰਦੀ ਸੀ। ਅਬ 4 ਦਮੜਿਓਂ ਕੀ ਪੋਸ਼ਿਸ਼ ਨਰੇਸ਼ ਧਾਰੈ। ਤੇ ਹੁਣ 4 ਦਮੜਿਆਂ ਦੀ ਪੁਸ਼ਾਕ ਜਿਹੜਾ ਹੈ ਉਹ ਰਾਜਾ ਪਹਿਨਦਾ। ਕਿਆ ਨਚੋੜੈ ਨੰਗੀ ਨਹਾਏ ਪਾਏ ਬਖਸ਼ੀਸ਼ ਹੈ। ਕਹਿੰਦੇ ਬਖਸ਼ਿਸ਼ ਪਾ ਕੇ ਕੋਈ ਕਰੂ ਕੀ। ਜਿਵੇਂ ਅਖਾਣ ਹੈ ਵੀ ਨੰਗੀ ਕੀ ਨਹਾਊ ਤੇ ਕੀ ਭਾਵ ਬਖਸ਼ਿਸ਼ ਲੈਣ ਵਾਲੇ ਗਰੀਬ ਨੂੰ ਵੀ ਕੋਈ ਕੀ ਦੇ ਦੂ। ਉਹਨੂੰ ਕੀ ਲਾਭ ਹੋਣਾ ਜਦੋਂ ਆਪ ਹੀ ਨਹੀਂ ਕਿਸੇ ਦੇ ਉਹੇ ਜਿਹਾ ਪਹਿਨਿਆ ਹੈ। ਔਰ ਲੋਗ ਭੀਤੇ ਸਭ ਜੇਵਰ ਪੁਸ਼ਾਕੈ ਤਬ। ਹੋਰ ਲੋਕ ਵੀ ਜਿਹੜੇ ਸਨ ਸਾਰੇ ਉਹ ਗਹਿਣੇ ਤੇ ਪੁਸ਼ਾਕਾਂ ਉਸ ਸਮੇਂ ਧਾਰ ਤੇ ਵਡੇਰੀ ਫਾਵ ਰਹਿਤੇ ਵਰੀਸ ਹੈ। ਇਉਂ ਭਾਈ ਵੱਡੇ ਸੋਹਣੇ ਬਸਤਰ ਪਾਉਂਦੇ ਤੇ ਰਾਜਿਆਂ ਵਾਂਗੂ ਚੰਗੇ ਫਾਵ ਕੇ ਰਹਿੰਦੇ ਸਨ। ਮਹਾਰਾਜੇ ਰਣਜੀਤ ਸਿੰਘ ਜਦੀ ਧਿੰਗਾ ਧਿੰਗ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਭਾਈ ਧਿੰਗੋ ਜੋਰੀ ਜ਼ਬਰਦਸਤੀ 52 ਸਿਰਾਏ ਢਿੰਗ ਬਲ ਪੰਥੈ ਕੱਛ ਕੈ। ਇਉਂ 52 ਅਵਤਾਰ ਦੇ ਵਾਂਗੂ ਜਦੋਂ ਆਪਣਾ ਕਦਮ ਚੁੱਕਿਆ ਤੇ ਪੰਥ ਰੂਪੀ ਬਾਦਰਾਜੇ ਨੂੰ ਮਿਣ ਕੇ ਆਪਣੇ ਵੱਸ ਕਰ ਲਿਆ। ਸਿੱਖ ਸਰਦਾਰ ਥੇ ਲਚਾਰ ਕੀਨੇ ਰਾਜ ਛੀਨ। ਸਿੱਖ ਸਰਦਾਰਾਂ ਦੇ ਰਾਜ ਛੀਨ ਕੇ ਉਹਨਾਂ ਨੂੰ ਲਾਚਾਰ ਕਰ ਦਿੱਤਾ। ਲੀਨ ਨੀਤ ਰਾਵਣੀ ਸੁਰੀਤ ਮਹਾਮੱਛ ਕੈ। ਰਾਵਣ ਦੀ ਨੀਤੀ ਵਾਂਗੂ ਜਿਵੇਂ ਵੱਡੇ ਮੱਛ ਦੀ ਰੀਤੀ ਧਾਰ ਲਈ। ਜਿਵੇਂ ਵੱਡਾ ਮੱਛ ਹੁੰਦਾ ਉਹ ਛੋਟੀਆਂ ਮੱਛੀਆਂ ਨੂੰ ਖਾ ਜਾਂਦਾ ਹੈ। ਐਪਰ ਥੀ ਸਿੱਖੀ ਭਾਰੀ ਧਰਾ ਪੈ ਬਿਥਾਰੀ। ਪਰ ਗਿਆਨੀ ਜੀ ਕਹਿੰਦੇ ਉਹਨੇ ਭਾਈ ਧਰਤੀ ਦੇ ਉੱਤੇ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ। ਭਾਨ ਸਾਨ ਚਮਕਾਰੀ ਚਾਰੀ ਪੰਥ ਨਿਜ ਪਛ ਕੈ। ਆਪਣੇ ਪੰਥ ਦਾ ਸੋਹਣਾ ਪੱਖ ਕਰਕੇ ਸੂਰਜ ਦੇ ਵਾਂਗੂ ਮਹਾਰਾਜੇ ਨੇ ਸਿੱਖੀ ਨੂੰ ਚਮਕਾਇਆ। ਬਾਰੀ ਸੀ ਖਿਲਾਰੀ ਰੰਕਾ ਨਿਸਾਸੀ ਦਿਖਾਰੀ। ਮਹਾਰਾਜੇ ਦੇ ਰਾਜ ਵਿੱਚ ਸਿੱਖੀ ਜਿਹੜੀ ਸੀ ਇੱਕ ਬਾਰੀ ਬਗੀਚੀ ਜਿਵੇਂ ਫੁੱਲਾਂ ਦੀ ਬਾੜੀ ਖਿੜਦੀ ਹੈ ਨਾ ਇਉਂ ਖੜਾਈ। ਪੁੰਨਿਆਂ ਦੀ ਰਾਤ ਵਾਂਗੂ ਲੋਕਾਂ ਨੂੰ ਇਹ ਸਿੱਖੀ ਰੌਸ਼ਨੀ ਮਾਰਗ ਇਹ ਦਿਖਾਇਆ। ਗੰਗ ਧਾਰ ਸੀ ਪ੍ਰਚਾਰੀ ਹੰਸ ਡਾਰ ਸੀ ਸਮਾਚ ਕੈ। ਗੰਗਾ ਦੀ ਧਾਰ ਵਾਂਗੂ ਗਿਆਨੀ ਜੀ ਕਹਿੰਦੇ ਸਿੱਖੀ ਫੈਲਾਈ। ਫਿਰ ਹੰਸਾਂ ਦੀ ਡਾਰ ਵਾਂਗੂ ਪੂਰੀ ਭਾਈ ਪ੍ਰਤੱਖ ਮਸ਼ਹੂਰ ਕੀਤੀ। ਮੌਜੈ ਸਿੰਧ ਕੀ ਸੀ ਫੌਜੈ ਔਜੈ ਜੁੱਤ ਸੌਜੈ ਸੌਜੈ। ਮੌਜੈ ਸਿੰਧ ਕੀ ਸੀ ਸਮੁੰਦਰ ਦੀਆਂ ਲਹਿਰਾਂ ਵਰਗੀ ਫੌਜੈ ਔਜੈ ਇੰਨੀਆਂ ਬਲ ਵਾਲੀਆਂ ਫੌਜਾਂ ਸੀ। ਸੌਜੈ ਸੌਜੈ ਸਾਰੀ ਸਮੱਗਰੀ ਸਮੇਤ। ਮੌਜੈ ਰੋਜ਼ ਹੀ ਬਰੋਜੈ ਬਾਢੈ ਚੋਜੈ ਦਾਏ ਹੈ। ਇਹ ਮੌਜਾਂ ਕਰਦੇ ਤੇ ਹਰ ਰੋਜ਼ ਆਨੰਦ ਦੇਣ ਵਾਲੀਆਂ ਖੁਸ਼ੀਆਂ ਵੱਧਦੀਆਂ ਸੀ। ਪਾਠ ਗੁਰ ਗ੍ਰੰਥਨ ਕੇ ਠਾਟ ਜੋੜ ਪੰਥਨ ਕੇ। ਮਹਾਰਾਜੇ ਦੇ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ। ਪੰਥ ਦੇ ਜੋੜ ਮੇਲੇ
ਹੁੰਦੇ ਸਨ। 8 ਜਾਮ ਸੰਤ ਕੇ ਸੰਤ ਸੰਗ ਥਾਏ ਹੈ। 8 ਪਹਿਰ ਸਾਧੂ ਸੰਤਾਂ ਦੇ ਜਗ੍ਹਾ ਜਗ੍ਹਾ ਸਤਸੰਗ ਹੁੰਦੇ ਸੀ। ਭਗਤੀ ਵਿਵੇਕ ਦਾ ਗੁਨੀਆਂ ਕੋ ਸਨਮਾਨ। ਫਿਰ ਭਗਤੀ ਵਿਵੇਕ ਗਿਆਨ ਇਤਿਆਦਿਕ ਗੁਣੀਵਾਨਾਂ ਦਾ ਜਿਹੜਾ ਸੀ ਸਨਮਾਨ ਹੁੰਦਾ ਸੀ। ਚਰਚਾ ਰਹਾਏ ਗਿਆਨ ਅਗਿਆਨ ਜਾਏ ਹੈ। ਗਿਆਨ ਦੀ ਚਰਚਾ ਹੁੰਦੀ ਜਿਹਦੇ ਨਾਲ ਅਗਿਆਨ ਨਾਸ਼ ਹੁੰਦਾ ਸੀ। ਠਾਡੇ ਰਹਿ ਰਾਜੇ ਦਰਵਾਜੇ ਪੈ ਦਰਾਜੇ ਨਿਜ। ਇਉਂ ਉਹਦੇ ਦਰ ਦੇ ਉੱਤੇ ਰਾਜੇ ਜਿਹੜੇ ਸੀ ਬਹੁਤ ਮਹਾਰਾਜੇ ਦੇ ਦਰ ਤੇ ਖੜੇ ਰਹਿੰਦੇ ਸਨ। ਕਾਜੇ ਕੇ ਮੁਤਾਜੇ ਤਾਜੇ ਤਾਜੇ ਤੋਹਫੇ ਲਿਆਏ ਹੈ। ਔਰ ਆਪਣੇ ਕੰਮ ਦੇ ਵਾਸਤੇ ਆਪਣਾ ਕੰਮ ਕਰਾਉਣ ਲਈ ਤਾਜੇ ਤਾਜੇ ਸੋਹਣੀਆਂ ਸੁਗਾਤਾਂ ਤੋਹਫੇ ਲਿਆਉਂਦੇ ਸੀ। ਮਹਾਰਾਜ ਲੋ ਰਹਾਨਾ ਪੰਥ ਕਾ ਪੁਰਾਨਾ ਢੰਗ। ਇਉਂ ਜਦੋਂ ਮਹਾਰਾਜਾ ਰਣਜੀਤ ਸਿੰਘ ਜਿੰਨਾ ਟਾਈਮ ਰਿਹਾ ਕਹਿੰਦੇ ਉਦੋਂ ਤੱਕ ਪੰਥ ਦਾ ਪੁਰਾਣਾ ਢੰਗ ਤਰੀਕਾ ਰਿਹਾ। ਫੇਰ ਬਦਲਾਨਾ ਰੰਗ ਰੂਪ ਭੰਗ ਜਿਉਂ ਪਰੈ। ਪਰ ਫੇਰ ਬਦਲ ਗਿਆ। ਉਹ ਤੋਂ ਬਾਅਦ ਜਿਵੇਂ ਖੂਹ 'ਚ ਭੰਗ ਪੈ ਜੇ ਤੇ ਫਿਰ ਉਹ ਭੰਗ ਦਾ ਹਰੇਕ ਪਾਣੀ ਪੀਣ ਵਾਲੇ ਤੇ ਅਸਰ ਹੋ ਜਾਂਦਾ ਹੈ। ਇਉਂ ਕਹਿੰਦੇ ਮਹਾਰਾਜੇ ਤੋਂ ਬਾਅਦ ਐਸਾ ਬਦਲਾਅ ਜਿਹਾ ਆਇਆ, ਸਾਰਿਆਂ ਸਿੰਘਾਂ ਤੇ ਅਸਰ ਪਿਆ। ਪਹਿਰਾਵੇ ਪਹਿਲੇ ਜੋ ਸੂਦੇ ਸਾਦੇ ਸਹਿਲੇ ਥੇ। ਜਿਹੜੇ ਪਹਿਲਾਂ ਪਹਿਰਾਵੇ ਸੁੱਧੇ ਸਾਦੇ ਸੁਖਾਲੇ ਜੇ ਹੁੰਦੇ ਸਨ। ਸੋ ਤਾਜ ਗਹਿਲੇ ਅਮੀਰੀ ਸ਼ੌਂਕ ਕੇ ਤਰੈ। ਹੁਣ ਅਮੀਰੀ ਦੇ ਸ਼ੌਂਕ ਹੇਠ ਅਮੀਰੀ ਪਹਿਰਾਵੇ ਫਿਰ ਭਾਈ ਉਹਨਾਂ ਲੋਕਾਂ ਨੇ ਧਾਰਨੇ ਸ਼ੁਰੂ ਕੀਤੇ। ਕੰਠੇ ਕੰਠ ਚੌਂਕੀ ਮਾਲ ਬੁੱਤ ਕੀਆਂ ਨਾਮ ਸਾਲ। ਫਿਰ ਗਲਾਂ 'ਚ ਕੰਠੇ ਚੌਂਕੀ ਚੌਰਸ ਬੁੱਤਕੀਆਂ ਦੀ ਮਾਲਾ। ਬੁੱਤਕੀ ਇੱਕ ਸੋਨੇ ਦੀ ਮੁਹਰ ਹੁੰਦੀ ਹੈ ਜਿਹਦੇ ਉੱਤੇ ਕਿਸੇ ਬਾਦਸ਼ਾਹ ਦਾ ਬੁੱਤ ਹੋਵੇ, ਉਹਨੂੰ ਬੁੱਤਕੀ ਮੁਹਰ ਕਿਹਾ ਜਾਂਦਾ ਹੈ। ਨਾਮ ਸਾਲ ਕੰਠੇ ਬੁੱਤਕੀਆਂ ਦੇ ਨਾਲ ਇੱਕ ਤਕੋਨਾ ਗਹਿਣਾ। ਗਿਆਨੀ ਜੀ ਕਹਿੰਦੇ ਪਹਿਨਣੇ ਸ਼ੁਰੂ ਹੋ ਗਏ। ਕੜੇ ਚਾਂਦੀ ਕੇ ਵਿਸਾਲ ਜੁਬਾ ਬ੍ਰਿਧ ਭੀਤਰ ਹੈ। ਲੋਹੇ ਦੇ ਕੜਿਆਂ ਤੋਂ ਗਿਆਨੀ ਜੀ ਕਹਿੰਦੇ ਅਮੀਰ ਲੋਕਾਂ ਨੇ ਚਾਂਦੀ ਦੇ ਕੜੇ ਬਹੁਤ ਜਵਾਨ ਕੀ ਬਿਰਧ ਕੀ ਪਾਉਣੇ ਸ਼ੁਰੂ ਕਰਤੇ। ਮੁਰਕੀ ਤੁੰਗਲ ਬਾਲੇ ਕੁੰਡੀ ਮੂਛੇ ਚਾੜੇ ਦਾੜੇ। ਮੁਰਕੀਆਂ ਤੁੰਗਲ ਬਾਲੀਆਂ ਕੁੰਡੀਆਂ ਮੁੱਛਾਂ ਚਾੜਦੇ ਦਾੜੇ ਚਾੜਦੇ ਸਨ। ਚਾਲੇ ਚੋਗੇ ਕੁੜਤੇ ਪਜਾਮੇ ਤੰਗ ਹੀ ਖਰੈ। ਇਉਂ ਭਾਈ ਚੰਗੇ ਕੁੜਤੇ ਚੱਲ ਪਏ। ਫਿਰ ਚੋਗਾ ਕੁੜਤਾ ਤੇ ਨਾਲ ਬਹੁਤ ਤੰਗ ਪਜਾਮੇ ਪੈਣੇ ਸ਼ੁਰੂ ਹੋ ਗਏ। ਨਾਰਨ ਕੇ ਚੌਰੋਂ ਸਮ ਚੌਰ ਵਾਲੇ ਨਾਲੇ ਘਾਲੇ। ਇਉਂ ਫਿਰ ਜਿਹੜੀਆਂ ਇਸਤਰੀਆਂ ਸੀ ਨਾਰਨ ਕੇ ਚੌਰੋਂ ਸਮ ਚੋਰਾਂ ਵਾਂਗ ਹਾਂ ਚੌਰ ਕਹਿੰਦੇ ਨੇ ਗੁੱਛਾ। ਨਾਰਨ ਕੇ ਚੌਰੋਂ ਸਮ ਚੌਰ ਵਾਲੇ ਨਾਲੇ ਘਾਲੇ। ਫਿਰ ਪੁਰਾਤਨ ਇਹੋ ਜਿਹੇ ਗੁੱਛਿਆਂ ਵਾਲੇ ਰੇਸ਼ਮੀ ਜਿਹੜੇ ਜਰੀ ਦੇ ਕੱਢੇ ਹੋਏ ਸਨ ਉਹ ਨਾਲੇ ਚੱਲ ਪਏ। ਰੇਸ਼ਮੀ ਜਰੀ ਕੇ ਜਰੇ ਹਾਲੇ ਗੋਡਿਓਂ ਪਰ ਹੈ। ਇਉਂ ਕਹਿੰਦੇ ਰੇਸ਼ਮੀ ਜਰੀ ਦੇ ਕੱਢੇ ਹੋਏ ਹਾਲੇ ਗੋਡਿਓਂ ਪਰ ਹੈ। ਗੋਡਿਆਂ ਤੱਕ ਇਹੋ ਜਿਹੇ ਬਸਤਰ ਹੋ ਗਏ। ਚੁਸਤ ਚਲਾਕੇ ਬੰਕੇ ਬਿਭਚਾਰੀ ਤੈ ਹੰਕਾਰੀ। ਫਿਰ ਜਿਹੜੇ ਚੁਸਤ ਚਲਾਕ ਬੰਕੇ ਸੁੰਦਰ ਵਿਵਚਾਰੀ ਔਰ ਹੰਕਾਰੀ ਸਨ। ਥੀਏ ਤਬ ਭਾਰੀ ਤੈ ਖੁਆਰੀ ਬਹੁ ਕਰ ਹੈ। ਲੋਕ ਇਸ ਤਰ੍ਹਾਂ ਦੇ ਬਹੁਤ ਹੋ ਗਏ ਤੇ ਬਹੁਤ ਖੁਆਰੀਆਂ ਕਰਦੇ ਸੀ। ਯਾਹੀ ਤੇ ਜੁਰੇ ਥੇ ਗੀਤ ਤਬ ਆਬ ਲਓ ਜੋ ਗਾਵੇ। ਇਸੇ ਕਰਕੇ ਗਿਆਨੀ ਜੀ ਕਹਿੰਦੇ ਗੀਤ ਬਣ ਗਏ ਜਿਹੜੇ ਹੁਣ ਤੱਕ ਦੁਨੀਆ ਗਾਉਂਦੀ ਹੈ। ਸੂਸੀ ਦੀਆਂ ਕੱਛਾਂ ਗੋਡਿਆਂ ਤੱਕ ਨਾਲਾ ਧਰ ਹੈ।
ਇਹ ਪੁਰਾਣੇ ਇਹੋ ਜਿਹੇ ਗੀਤ ਹੁੰਦੇ ਸੀ ਵੀ ਸੂਸੀ ਦੀਆਂ ਕੱਛਾਂ ਗੋਡਿਆਂ ਤੱਕ ਨਾਲਾ, ਇਹੋ ਜਿਹੇ ਪਹਿਲਾਂ ਗੀਤ। ਇਹਨਾਂ ਚੀਜ਼ਾਂ ਹੌਲੀ ਹੌਲੀ ਹੁਣ ਤਾਂ ਹੋਰ ਹੀ ਕੁਛ ਹੋ ਗਿਆ। ਲਾਚੇ ਲੂੰਗੀ ਖੇਸ ਡੱਬੇ ਮੁਲਤਾਨੀ ਥੇ ਸੋ ਫੱਬੇ। ਫਿਰ ਗੁਰਮੁਖੋ ਇਸ ਤਰ੍ਹਾਂ ਲਾਚੇ, ਮੋਟੀ ਬੁਣਤੀ ਦੀ ਚਾਦਰ ਲਾਚਾ, ਜਿਹਦੇ ਸਿਰਿਆਂ ਦੇ ਉੱਤੇ ਸੂਤ ਜਾਂ ਰੇਸ਼ਮ ਦੇ ਪੱਲੇ ਹੁੰਦੇ। ਲੁੰਗੀਆਂ ਖੇਸ ਡੱਬੇ ਮੁਲਤਾਨੀ ਇਹ ਫੱਬਦੇ। ਕ੍ਰਿਪਾ ਰਾਮੀ ਦੁਪੱਟੇ ਧਾਰ ਤੇ ਅਪਾਰ ਹੈ। ਇੱਕ ਇਹੋ ਜਿਹੇ ਦੁਪੱਟੇ ਜਿਨ੍ਹਾਂ ਦਾ ਨਾਂ ਸੀ ਕ੍ਰਿਪਾ ਰਾਮੀ ਹੈ, ਉਹ ਵੀ ਧਾਰਦੇ ਬਹੁਤ। ਔਰ ਸਰਦਾਰ ਜੇ ਮਝੈਲ ਥੇ ਅਪਾਰ ਤਾਬ। ਹੋਰ ਜਿਹੜੇ ਸਰਦਾਰ ਮਾਝੇ ਵਾਲੇ ਸਨ ਬਹੁਤ। ਮਤ ਸਾਰ ਕਾਮ ਕੋਹ ਛਾਲ ਛੋਹ ਮੈਂ ਬਹੇ। ਉਹ ਤੇ ਕਹਿੰਦੇ ਈਰਖਾ ਕ੍ਰੋਧ ਖੋਭ ਇਹਦੇ ਵਿੱਚ ਹੀ, ਛਲ ਫਰੇਬ ਵਿੱਚ ਹੀ ਬਹਿ ਗਏ। ਜੋ ਭੂਪ ਥਾਏ ਤਾਹੇ ਘਾਏ ਸੁੱਟੈ ਘਾਏ ਸਮ। ਜਿਹੜਾ ਕੋਈ ਰਾਜਾ ਥਾਏ ਤਾਹੇ, ਉਹਨੂੰ ਉੱਥੇ ਹੀ ਘਾਹ ਵਾਂਗੂ ਮਾਰ ਕੇ ਸੁੱਟਦੇ ਸੀ। ਇਹ ਔਰ ਏਕ ਦੁਤੀ ਕੋ ਸਰਦਾਰ ਮਾਰ ਭੀ ਦਹੇ। ਔਰ ਇੱਕ ਦੂਜੇ ਨੂੰ ਜਿਹੜੇ ਸਰਦਾਰ ਸੀ ਮਾਰ ਕੇ ਸਾੜ ਦਿੰਦੇ ਸਨ। ਯਾਹੀ ਤੈ ਸ਼ਤਾਬੀ ਥੀ ਖਰਾਬੀ ਅਈ ਸ਼ਾਹੀ ਗਈ। ਇਸੇ ਕਰਕੇ ਕਹਿੰਦੇ ਬਹੁਤ ਛੇਤੀ ਭਾਈ ਖਰਾਬੀ ਐਸੀ ਆ ਗਈ ਕਿ ਫਿਰ ਸਿੰਘਾਂ ਦੀ ਬਾਦਸ਼ਾਹੀ ਚਲੀ ਗਈ। ਮੇਵਾ ਖਾ ਪੰਜਾਬੀ ਫੂਟ ਜੋ ਕਿਤਾਬੀ ਭੀ ਕਹੇ। ਇਸ ਤਰ੍ਹਾਂ ਫੁੱਟ ਦਾ ਮੇਵਾ ਖਾ ਕੇ ਪੰਜਾਬ ਦੀ ਬਾਦਸ਼ਾਹੀ ਚਲੀ ਗਈ। ਇਹ ਕਿਤਾਬੀ ਵੀ ਕਹਿੰਦੇ ਆ, ਭਾਵ ਇਤਿਹਾਸਕਾਰ ਵੀ ਇਹ ਗੱਲ ਕਹਿੰਦੇ ਹਨ। ਦੈਜਤੀਆ ਬਾਲਕ ਮਾਲਕ ਜਬ ਹੋਏ ਜਹਾਂ। ਕਹਿੰਦੇ ਭਾਈ ਜਿੱਥੇ ਬ੍ਰਾਹਮਣ, ਇਸਤਰੀ ਤੇ ਜਾਂ ਬਾਲਕ, ਇਹਨਾਂ ਤਿੰਨਾਂ ਚੋਂ ਕੋਈ ਮਾਲਕ ਹੋਵੇ ਜਿੱਥੇ, ਕਿਉਂ ਨਾ ਫਿਰ ਬਾਸਨ ਜੋ ਖਹਿ ਜਾ ਰਹੀ ਰਹੇ। ਫਿਰ ਭਲਾ ਉੱਥੇ ਕਿਉਂ ਨਾ ਬਾਂਸਾਂ ਵਾਂਗੂ ਆਪਸ ਵਿੱਚ ਹੀ ਖਹਿ ਖਹਿ ਕੇ ਸੜਦੇ ਰਹਿਣ। ਥੀਓ ਜਾਬ ਰਾਜ ਅੰਗਰੇਜ਼ੀ ਤੇਜੀ ਔਰੈ ਥਈ। ਜਦੋਂ ਫਿਰ ਅੰਗਰੇਜ਼ਾਂ ਦਾ ਰਾਜ ਹੋਇਆ, ਉਦੋਂ ਤੇਜੀ ਹੋਰ ਜ਼ਮਾਨੇ ਦੀ ਹੋ ਗਈ। ਗਈ ਰੀਤ ਨੀਤ ਪੁਰਾ ਨਹੀਂ ਤੌਰ ਕੀ ਠਈ। ਪਹਿਲੀਆਂ ਰੀਤੀਆਂ ਨੀਤੀਆਂ ਸਭ ਚਲੀਆਂ ਗਈਆਂ। ਫਿਰ ਗਿਆਨੀ ਜੀ ਕਹਿੰਦੇ ਨਵੇਂ ਤਰੀਕਿਆਂ ਦੀਆਂ ਹੋਰ ਬਣ ਗਈਆਂ। ਪਕਰ ਪਠਾਏ ਸਰਦਾਰ ਬਹੁ ਪੂਰਬ ਕੋ। ਇਹਨਾਂ ਨੇ ਫੜ ਕੇ ਬਹੁਤ ਸਰਦਾਰਾਂ ਨੂੰ ਪੂਰਬ ਵੱਲ ਭੇਜ ਦਿੱਤਾ। ਜਬਤ ਜਗੀਰੈ ਕਰ ਪੈਨਸ਼ਨ ਲਾ ਦਈ। ਤੇ ਸਰਦਾਰਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ, ਉਹਨਾਂ ਨੂੰ ਪੈਨਸ਼ਨਾਂ ਲਾ ਦਿੱਤੀਆਂ। ਹੀਨ ਹਯਾਤ ਕਹਿਨਹੂੰ ਕਿ ਆਦ ਜਾ ਚੁਥਾਈ ਥਾਈ। ਹੀਨ ਹਯਾਤ ਵੀ ਭਾਵ ਕੋਈ ਹੀਣ ਹਾਤ ਹੋ ਜੇ, ਮੌਤ, ਤਾਂ ਫਿਰ ਉਹਨਾਂ ਦੀ ਕਿਨਹੂ ਕਿ ਕਿਸੇ ਦੀ ਹੋ ਗਈ ਤਾਂ ਉਹਦੇ ਵਿੱਚੋਂ ਅੱਧਾ ਜਾਂ ਚੌਥਾ ਹਿੱਸਾ ਹੀ ਉਥਲ ਪੁਥਲ ਦੇਸ਼ ਮੈਂ ਬਸੇਸ ਹੂੰ ਥਈ। ਉਹ ਥੋੜੀ ਜੀ ਉਹਦੇ ਪਰਿਵਾਰ ਨੂੰ ਮਿਲਦੀ ਸੀ, ਬਾਕੀ ਉਤਲ ਪੁਥਲ ਦੇਸ਼ ਵਿੱਚ ਬਹੁਤ ਹੋ ਗਈ। ਸਰਦਾਰੀ ਗਈ ਹਾਰ ਜ਼ਿਮੀਂਦਾਰੀ ਪਈ ਪਾਰ। ਤੇ ਸਰਦਾਰੀਆਂ ਹਾਰ ਗਈਆਂ ਤੇ ਜ਼ਿਮੀਂਦਾਰੀਆਂ ਕਾਮਯਾਬ ਹੋ ਗਈਆਂ। ਫਿਰ ਜ਼ਿਮੀਂਦਾਰ ਘਰਾਣੇ ਪੈਦਾ ਹੋ ਗਏ। ਕ੍ਰਿਤੀਓਂ ਕੀ ਥਈ ਸਾਰ ਨੀਚੈ ਊਚਤਾ ਲਈ। ਫਿਰ ਗੁਰਮੁਖੋ ਕਿਰਤੀਆਂ ਦੀ ਸਾਂਭ ਸੰਭਾਲ ਹੋਈ, ਉਹਨਾਂ ਦੀ ਖਬਰਸਾਰ ਹੋਈ। ਜਿਹੜੇ ਨੀਚ ਸੀ ਉਹਨਾਂ ਨੇ ਉੱਚਤਾ ਲੈ ਲਈ। ਮਾਨ ਖਾਨਦਾਨ ਤੈ ਕਮਾ ਕਦਾਮ ਤੈ ਕੋ ਨਾ ਰਹਾਨ। ਕਦਾਮ ਤੈ ਮਾਨ ਖਾਨਦਾਨ ਤੈ ਕਦਾਮ ਤੈ ਨਾ ਕੋ, ਕਦਾਮ ਤੈ ਕੋ ਨਾ ਰਹਾਨ। ਗਿਆਨੀ ਜੀ ਕਹਿੰਦੇ ਭਾਈ ਮਾਨ ਖਾਨਦਾਨ ਤੈ ਕਦਾਮ ਤੈ, ਪੁਰਾਣਾ ਤੇ ਖਾਨਦਾਨੀ ਕੋਈ ਮਾਣ ਸਤਕਾਰ ਨਾ ਰਿਹਾ। ਬਾਜੀ ਜੀਤ ਗਏ ਪਾਜੀ ਲਿਆਕਤ ਸੋ ਬਾਲਕੈ। ਦੇਖੋ ਆਪਣੀ ਲਿਆਕਤ ਬਲ ਦੇ ਨਾਲ ਜਿਹੜੇ ਕੈਰ ਬੰਦੇ ਸੀ ਉਹ ਵੀ ਫਿਰ ਬਾਜੀ ਜਿੱਤ ਗਏ।
ਫਾਰਸੀ ਹਾਰਸੀ ਗਈ ਤੇਜੀ ਅੰਗਰੇਜ਼ੀ ਲਈ। ਫਾਰਸੀ ਭਾਸ਼ਾ ਉਹ ਹਾਰ ਗਈ ਜ਼ਮਾਨ ਤੇ ਅੰਗਰੇਜ਼ੀ ਭਾਸ਼ਾ ਨੇ ਤੇਜੀ ਤਰੱਕੀ ਕਰ ਲਈ। ਦੌਲਤ ਇੱਜ਼ਤ ਲਈ ਇਲਮ ਪੈ ਚੱਲ ਕੇ। ਤੇ ਇਹਨਾਂ ਨੇ ਦੌਲਤ ਵੀ ਇੱਜ਼ਤ ਵੀ, ਜਿਵੇਂ ਵਿਦਿਆ ਕੋਲ ਤੁਰ ਕੇ ਗਈ ਦੌਲਤ ਇੱਜ਼ਤ, ਇਉਂ ਵਿਦਵਾਨਾਂ ਦੀ ਹੀ ਇੱਜ਼ਤ ਤੇ ਦੌਲਤ ਹੈ। ਸ਼ਕਲ ਅਕਲ ਪਹਿਰਾਨ ਖਾਨ ਬੋਲ ਚਾਲ। ਸ਼ਕਲਾਂ ਅਕਲਾਂ ਪਹਿਨਣਾ ਖਾਣਾ ਬੋਲਣਾ ਚੱਲਣਾ। ਔਰ ਹੀ ਕੇ ਤੌਰ ਭਏ ਧਰਾ ਔਰ ਖਲਕੈ। ਇਸ ਧਰਤੀ ਤੇ ਜਿਹੜੀ ਖਲਕਤ ਸੀ ਇਹਨਾਂ ਦੇ ਹੋਰ ਹੋ ਗਏ, ਢੰਗ ਬਦਲ ਗਏ। ਸੈਦਕ ਬੇਦਕ ਗਇਓ ਧਰਮ ਨਰਮ ਪਇਓ। ਫਿਰ ਐਸਾ ਹੋਇਆ ਕਿ ਲੋਕਾਂ ਦੇ ਸਿਦਕ ਡੋਲ ਗਏ, ਧਰਮ ਜਿਹੜਾ ਸੀ ਨਰਮ ਪੈ ਗਿਆ, ਕਮਜ਼ੋਰ ਪੈ ਗਿਆ। ਰੀਤ ਪ੍ਰਤੀਤ ਸਿੱਖੀ ਕੇਰ ਭਈ ਹਲਕੈ। ਸਿੱਖੀ ਦੀਆਂ ਰੀਤਾਂ ਤੇ ਪ੍ਰਤੀਤਾਂ ਵੀ ਹੌਲੀ ਹੌਲੀ ਹਲਕੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ। ਲੋ ਪੁਰ ਪਤੀ ਲੋ ਅਤੀ ਸਿੱਖੀ ਤਿੱਖੀ ਦਿਖੀ ਮਤੀ। ਗਿਆਨੀ ਜੀ ਕਹਿੰਦੇ ਜਦੋਂ ਤੱਕ ਲਾਹੌਰ ਦਾ ਪਤੀ ਮਾਲਕ, ਲਾਹੌਰ ਮਾਲਕ ਭਾਵ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਸੀ ਨਾ, ਉਦੋਂ ਤੱਕ ਸਿੱਖੀ ਬਹੁਤ ਤਿੱਖੀ ਦਿਸਦੀ ਸੀ। ਪਾਲਕ ਥੇ ਬਹੁ ਸਤੀ ਫਬੀ ਫੂਲੀ ਫੈਲੀ ਸੀ। ਕਿਉਂਕਿ ਉਦੋਂ ਤੱਕ ਸਿੱਖੀ ਦੇ ਪਾਲਕ ਬਹੁਤ ਸਤੀ ਸੀ, ਸੱਚ ਦੇ ਉੱਤੇ ਖੜਨ ਵਾਲੇ ਸਨ। ਇਸ ਕਰਕੇ ਬਹੁਤ ਫਬੀ ਫੂਲੀ ਤੇ ਫੈਲੀ ਸਿੱਖੀ। ਤਾਹੇ ਪਾਛੇ ਆਛੇ ਪਟਲੇਸ਼ਵਰ ਨਰਿੰਦਰ। ਉਸ ਤੋਂ ਪਿੱਛੋਂ ਫਿਰ ਕਹਿੰਦੇ ਕਿ ਚੰਗਾ ਰਾਜਾ ਪਟਿਆਲੇ ਦਾ ਨਰਿੰਦਰ ਸਿੰਘ ਮਿਰਗੇਸ ਥੀ ਸੰਭਾਲੀ ਕਿਛ ਪਾਲੀ ਭਲ ਥੈਲੀ ਸੀ। ਇਹਨੇ ਕੁਝ ਸੰਭਾਲਿਆ, ਰਾਜਾ ਨਰਿੰਦਰ ਸਿੰਘ ਨੇ ਥੈਲੀ ਵਾਂਗ, ਭਾਵ ਕਿਸੇ ਜਿਵੇਂ ਕਿਸੇ ਚੀਜ਼ ਨੂੰ ਆਪਾਂ ਸਾਂਭ ਕੇ ਰੱਖ ਲਈਏ, ਇੰਨਾ ਕੁ ਕਹਿੰਦੇ ਸਿੱਖੀ ਨੂੰ ਸਾਂਭ ਕੇ ਰੱਖਿਆ, ਪਾਲਣਾ ਕੀਤੀ। ਫੇਰ ਰਾਮ ਸਿੰਘ ਬੋਈ ਸਭ ਜੀ ਜਬੈ ਹੀ ਹੋਈ। ਫੇਰ ਦੇਖੋ ਬਾਬਾ ਰਾਮ ਸਿੰਘ ਆਇਆ, ਉਹਨੇ ਸਿੱਖੀ ਬੀਜੀ ਤੇ ਐਸੀ ਫਿਰ ਹਰਿਆਵਲਤਾ ਹੋਈ। ਭੰਗ ਪੀਣ ਵਾਲਿਓ ਕੋਈ ਜੋਈ ਸੁੱਠ ਪੈਲੀ ਸੀ। ਤੇ ਇਉਂ ਭੰਗ ਪੀਣ ਵਾਲਿਆਂ ਨੇ ਖੋ ਲਈ ਜੋ ਸਿੱਖੀ ਦੀ ਸੋਹਣੀ ਸੁੰਦਰ ਖੇਤੀ ਸੀ। ਅਬ ਕਹੂੰ ਕਹੂੰ ਆਹੇ ਨੀਚੀ ਠੌਰੇ ਝਲਕਾਹੇ। ਹੁਣ ਕਹਿੰਦੇ ਕਿਤੇ ਕਿਤੇ ਨੀਵੀਂ ਥਾਵਾਂ ਤੇ, ਭਾਵ ਗਰੀਬਾਂ ਵਿੱਚ ਸਿੱਖੀ ਚਮਕਦੀ ਹੈ। ਪ੍ਰੇਮ ਨੇਮ ਬਾਰ ਨਾਹੀ ਜਾਤੈ ਥਈ ਮੈਲੀ ਸੀ। ਪਰ ਉਹਨਾਂ ਦੇ ਅੰਦਰ ਪ੍ਰੇਮ ਤੇ ਨੇਮ ਦਾ ਪਾਣੀ ਨਾ ਹੋਣ ਕਰਕੇ ਉਹ ਵੀ ਮੈਲੀ ਕੁਮਲਾਈ ਦਿਸਦੀ ਸੀ। ਕਿਉਂਕਿ ਗਰੀਬ ਨੂੰ ਪਹਿਲਾਂ ਰੋਟੀ ਦਾ ਮਸਲਾ ਹੋ ਜਾਂਦਾ। ਫਿਰ ਵੀ ਤੁਸੀਂ ਦੁਨੀਆ ਵਿੱਚ ਵੇਖੋ, ਜਿਹੜਾ ਗਰੀਬ ਹੈ ਉਹ ਹਜੇ ਰੱਬ ਨੂੰ ਜ਼ਿਆਦਾ ਮੰਨੂ। ਜਿਹਦੇ ਕੋਲੇ 4 ਪੈਸੇ ਆ ਗਏ ਉਹਦੇ 'ਚ ਫਿਰ ਤਰਕਾਂ ਆ ਜਾਂਦੀਆਂ ਨੇ। ਪਾਲਕ ਪੁਜਾਰੀ ਗੁਰਦੁਆਰੀ ਇੱਥੇ ਕਾਰਵਾਰੀ। ਜਿਹੜੇ ਭਾਈ ਗੁਰਦੁਆਰਿਆਂ ਦੇ ਪ੍ਰਬੰਧਕ ਸੀ, ਪੁਜਾਰੀ ਸਨ, ਉਹ ਵੀ ਚੰਗੇ ਪਾਲਕ ਸਨ। ਸੋ ਤੋ ਸੋਏ ਰਹੇ ਭਾਰੀ ਪਰਮਾਦੀ ਥਾਏ ਕੈ। ਪਰ ਸਮਾਂ ਆ ਗਿਆ ਫਿਰ ਉਹ ਵੀ ਸੌਂ ਗਏ, ਲਾਪਰਵਾਹ ਹੋ ਕੇ ਵੱਡੇ ਪਰਮਾਦੀ ਬਣ ਕੇ। ਸਿੰਘ ਨਾਮ ਵਾਰੇ ਸਾਧ ਥੇ ਜੋ ਰਖਵਾਰੇ ਕਿਛ। ਜਿਹੜੇ ਕੋਈ ਸਾਧੂ ਜਿਨ੍ਹਾਂ ਦੇ ਨਾਮ ਨਾਲ ਸਿੰਘ ਲੱਗਦਾ ਸੀ, ਸਿੱਖੀ ਪੰਥ ਦੇ ਸਾਧੂ, ਉਹ ਕਹਿੰਦੇ ਕੁਝ ਕੁ ਰਖਵਾਰੇ ਸੀ, ਭਾਵ ਸਿੱਖੀ ਦੀ ਗੱਲ ਕਰਦੇ ਸਨ। ਕਰੇ ਸੋ ਕਿਨਾਰੇ ਹੈ ਪੁਜਾਰਿਓਂ ਬਾਦ ਚਾਏ ਕੈ। ਪਰ ਪੁਜਾਰੀਆਂ ਨੇ ਐਸੇ ਝਗੜੇ ਕਰ ਕਰਕੇ ਉਹਨਾਂ ਨੂੰ ਪਾਸੇ ਕਰ ਦਿੱਤਾ, ਬਾਦ ਵਿਵਾਦ ਕਰਕੇ। ਭੂਪ ਸਰਦਾਰ ਜੇ ਹੈ ਲੇਤ ਨਾਹੇ ਸਾਰ ਵੇ ਹੈ। ਜਿਹੜੇ ਰਾਜੇ ਤੇ ਸਰਦਾਰ ਨੇ ਉਹਨਾਂ ਦੀ ਹਾਲਤ ਗਿਆਨੀ ਜੀ ਕਹਿੰਦੇ ਇਹ ਹੋ ਗਈ, ਉਹ ਸਿੱਖੀ ਦੀ ਕੋਈ ਖਬਰਸਾਰ ਹੀ ਨਹੀਂ ਕਿਸੇ ਸਿੱਖ ਦੀ ਲੈਂਦੇ ਹਨ। ਬਾਕੀ ਸਿੰਘ ਔਰ ਜੇ ਹੈ ਬੰਦੇ ਧੰਦੇ ਮਾਏ ਕੈ।
ਤੇ ਬਾਕੀ ਜਿਹੜੇ ਹੋਰ ਸਿੰਘ ਹੈ ਉਹ ਮਾਇਆ ਦੇ ਧੰਦਿਆਂ ਵਿੱਚ ਬੰਨੇ ਹੋਏ ਨੇ। ਪਰ ਪੰਥੀ ਪਸ਼ੂਓਂ ਨੇ ਅਧਕੈ ਉਜਾਰੀ ਭਾਰੀ। ਤਾਂ ਫਿਰ ਇਹ ਸਿੱਖੀ ਦੀ ਫਸਲ ਨੂੰ ਜਿਹੜੇ ਪਰਾਏ ਪੰਥ ਰੂਪੀ ਪਸ਼ੂ ਹੈ, ਕਿ ਜਿਵੇਂ ਦੇਹਧਾਰੀ ਗੁਰੂ ਡੰਮ ਚੱਲ ਪਏ, ਕਦੇ ਸਿੱਖੀ ਦੇ ਭੇਸ 'ਚ ਕੁਛ ਚਲਾ ਲਿਆ, ਕਦੇ ਕੋਈ ਡੇਰਾਵਾਦ ਵੱਧ ਗਿਆ, ਇਸ ਤਰ੍ਹਾਂ ਇਹ ਪਰਾਏ ਪੰਥਾਂ ਰੂਪੀ ਗਿਆਨੀ ਜੀ ਕਹਿੰਦੇ ਪਸ਼ੂਆਂ ਨੇ ਫਿਰ ਸਿੱਖੀ ਦੀ ਜਿਹੜੀ ਖੇਤੀ ਸੀ ਇਹਨੂੰ ਬਹੁਤ ਉਜਾੜਿਆ, ਇਹਦੇ ਵਿੱਚ ਬਹੁਤ ਮਿਲਾਵਟਾਂ ਕੀਤੀਆਂ। ਸਿੱਖੀ ਥੀ ਜੋ ਤਿੱਖੀ ਬਾਰੀ, ਭੋਗ ਮੋਖ ਦਾਏ ਕੈ। ਜਿਹੜੀ ਭਾਈ ਇਹ ਸਿੱਖੀ ਪਦਾਰਥ ਔਰ ਮੁਕਤੀ ਦੇਣ ਵਾਲੀ ਇੱਕ ਬਗੀਚੀ ਸੀ। ਕਈ ਦਇਆਨੰਦੀ ਕਿਨੈ ਦਿਜੋ ਕੀ ਪਵਾਈ ਤੰਦੀ। ਕਿਹੜੇ ਬਣੇ ਪੰਥ ਕਹਿੰਦੇ ਕੋਈ ਦਇਆਨੰਦ ਦੇ ਚੇਲੇ ਬਣ ਗਏ, ਕਿਸੇ ਨੇ ਬ੍ਰਾਹਮਣਾਂ ਦੀ ਤੰਦੀ ਫਾਹੀ ਪਵਾ ਲਈ। ਬੰਦੀਆਂ ਕੇ ਬੰਦੀ ਖਾਨੇ ਬਹੁ ਫੰਦੀ ਹੈ ਪਏ। ਬਹੁਤ ਤਾਂ ਕਹਿੰਦੇ ਕੈਦੀਆਂ ਦੇ ਕੈਦਖਾਨੇ ਵਿੱਚ ਫਸ ਗਏ, ਭਾਵ ਜਿਹੜੇ ਡੰਮੀ ਗੁਰੂ ਸੀ, ਨਕਲੀ ਗੁਰੂ, ਉਹਨਾਂ ਦੇ ਕੈਦਖਾਨਿਆਂ ਵਿੱਚ ਫਾਹੀਆਂ 'ਚ ਫਸ ਗਏ। ਆਰੀ ਆਰਜ ਸਮਾਜੀ ਕੇਊ ਮੋਨਿਓ ਕੇ ਪਾਜੀ ਜਾਲ। ਤੇ ਇੱਕ ਆਰੀਆ ਸਮਾਜੀ ਹੋਏ, ਉਹਨਾਂ ਨੇ ਵੀ ਬਹੁਤ ਇਹੋ ਜਿਹਾ ਪ੍ਰਚਾਰ ਕੀਤਾ। ਇਸ ਕਰਕੇ ਕਈ ਆਰੀਆ ਸਮਾਜੀ ਬਣ ਗਏ, ਕਈ ਪਾਜੀ ਕਹੀਏ ਕੈਰ ਛਲੀਏ, ਉਹ ਫਿਰ ਮੋਨੇ ਸਾਧੂਆਂ ਦੇ ਢਹੇ ਚੜ ਗਏ। ਸਾਜੀ ਕਈ ਖਾਂਜੀ ਹਾਜੀ ਈਸਾ ਕੇ ਰਹਿ ਭਏ। ਤੇ ਕਈ ਖਾਂਜੀ ਸੁਲਤਾਨੀਆਂ ਦੇ ਤੇ ਕਈ ਹਾਜੀਆਂ ਦੇ, ਭਾਵ ਮੁਸਲਮਾਨਾਂ ਪਿੱਛੇ ਲੱਗ ਗਏ। ਕਈ ਭਾਈ ਈਸਾਈਆਂ ਨੂੰ ਮੰਨਣ ਲੱਗ ਗਏ। ਈਸਾ ਕੇ ਰਹਿ, ਈਸਾਈਆਂ ਦੇ ਅੰਗਰੇਜ਼ਾਂ ਦੇ ਰਾਜ ਵਿੱਚ ਈਸਾ ਨੂੰ ਮੰਨਣ ਵਾਲੇ ਵੀ ਹੋ ਗਏ। ਨਾਮ ਸਿੰਘ ਗਨੀਏ ਪੈ ਬੈਲ ਹੂੰ ਲਦਨੀਏ। ਹੁਣ ਹਾਲ ਇਹ ਹੋ ਗਿਆ, ਗਿਆਨੀ ਜੀ ਕਹਿੰਦੇ ਬਹੁਤਿਆਂ ਦਾ ਨਾਮ ਤਾਂ ਹੈ ਸਿੰਘ। ਸਿੰਘ ਕਹਿੰਦੇ ਨੇ ਸ਼ੇਰ ਨੂੰ, ਇਹ ਨਾਮ ਤਾਂ ਸ਼ੇਰ ਗਿਣੀਦਾ, ਪਰ ਅਸਲ ਵਿੱਚ ਲਾਦੂ ਬਲਦਾਂ ਵਰਗੇ ਨੇ। ਅਦਨੀਏ ਭਏ ਹੈ ਭੂਲ ਬਲ ਨਿਜ ਜੋ ਗਏ। ਕਿਉਂਕਿ ਜਿਹੜੇ ਆਪਣੇ ਬਲ ਤਾਕਤ ਨੂੰ ਹੀ ਭੁੱਲ ਗਏ, ਉਹ ਤਾਂ ਫਿਰ ਅਦਨੀਏ ਹੋ ਗਏ, ਨੀਚ ਹੋ ਗਏ। ਏ ਜੂ ਗੁਰੂ ਗਾਜੀ ਸਾਜੀ, ਸਿੰਘੀ ਜਿਉ ਦਰਾਜੀ ਆਪ। ਕਹਿੰਦੇ ਹੇ ਸਤਿਗੁਰੂ ਸੱਚੇ ਪਾਤਸ਼ਾਹ, ਇਹ ਗੁਰੂ ਮਹਾਰਾਜ ਜੋ ਤੁਸੀਂ, ਇਹ ਜੋ ਗੁਰੂ ਗਾਜੀ, ਇਹ ਧਰਮੀ ਯੋਧਿਆਂ ਦੀ, ਇਹ ਸਿੰਘਾਂ ਦੀ ਕੌਮ ਸਾਜੀ ਜਿਉਂ ਦਰਾਜੀ, ਜਿਵੇਂ ਤੁਸੀਂ ਵੱਡੀ ਇਹ ਸਿੰਘੀ ਧਰਮੀ ਯੋਧਿਆਂ ਦੀ, ਇਹ ਜੋ ਆਪ ਸਾਜੀ ਸੀ। ਲਾਜੀ ਤਿਉ ਭਵੀਜੈ ਆਜੀ, ਨਾ ਤੋ ਬਾਜੀ ਹੈ ਜਏ। ਕਹਿੰਦੇ ਉਸ ਤਰ੍ਹਾਂ ਅੱਜ ਸ਼ਰਮਸ਼ਾਰ ਹੋਵੋ, ਸ਼ਰਮ ਕਰੋ। ਗੁਰੂ ਨੇ ਤਾਂ ਇਹ ਆਪ ਸਾਜੀ ਸੀ, ਉਹ ਸਿੰਘੋ ਇਹ ਜੋ ਗੁਰੂ ਗਾਜੀ ਸਾਜੀ, ਸਿੰਘੀ ਜੋ ਦਰਾਜੀ। ਇਹ ਗਿਆਨੀ ਜੀ ਕਹਿੰਦੇ ਭਾਈ ਇਹ ਗੁਰੂ ਮਹਾਰਾਜ ਨੇ ਜਿਵੇਂ ਵੱਡੀ ਇਹ ਧਰਮੀ ਯੋਧਿਆਂ ਦੀ ਇਹ ਪੰਥ ਕੌਮ ਸਾਜੀ। ਲਾਜੀ ਤਿਉ ਭਵੀਜੈ ਆਜੀ, ਨਾ ਤੋ ਬਾਜੀ ਹੈ ਜੇ। ਕਹਿੰਦੇ ਹਜੇ ਵੀ ਸ਼ਰਮ ਕਰ ਲੋ, ਨਹੀਂ ਬਾਜੀ ਹੱਥੋਂ ਚਲੀ ਜਾਊਗੀ, ਹਾਰ ਜਾਵੋਗੇ। ਔਰੈ ਰੀਤ ਔਰੈ ਮੀਤ ਔਰੈ ਪ੍ਰਤੀਤ ਪ੍ਰੀਤ। ਹੋਰ ਹੀ ਰੀਤਾਂ ਬਣਾ ਲੀਆਂ ਤੇ ਹੋਰ ਹੀ ਮਿੱਤਰ ਬਣਾ ਲਏ, ਹੋਰਾਂ ਤੇ ਭਰੋਸਾ ਤੇ ਪ੍ਰੇਮ ਪ੍ਰੀਤਾਂ ਬਣਾ ਲਈਆਂ। ਖਾਨ ਪਹਿਰਾਨ ਗਿਆਨ ਮਾਨ ਔਰੈ ਜਾਨ ਕੈ। ਤੇ ਹੋਰ ਹੀ ਖਾਣਾ ਪਹਿਨਣਾ ਬਣ ਗਿਆ, ਹੋਰ ਹੀ ਕਹਿੰਦੇ ਤਰ੍ਹਾਂ ਦਾ ਭਾਈ ਪੁਰਸ਼ਾਂ ਦਾ ਗਿਆਨ ਹੋ ਗਿਆ। ਡਾਰੇ ਦਸਤਾਰੇ ਸਾਫੇ ਭਾਰੇ ਹੈ ਸੰਭਾਰੇ। ਦਸਤਾਰੇ ਛੱਡ ਕੇ ਵੱਡੇ ਵੱਡੇ ਸਾਫੇ ਉਹ ਸੰਭਾਲ ਲਏ। ਅੱਛੇ ਕੱਛੇ ਤਾਜ ਗਏ ਧੋਤੀ ਸੁਥੂ ਤੰਗ ਤਨ ਕੈ। ਸੋਹਣੇ ਕਸ਼ਹਿਰੇ ਛੱਡ ਕੇ ਧੋਤੀਆਂ ਤੇ ਸੁਥੂ ਤੰਗ ਪਜਾਮੇ ਕੱਸ ਕੇ ਉਹ ਪਾ ਲਏ। ਧਾਰੇ ਹੈ ਗਰਾਰੇ ਤੰਬੇ ਤਹਿਮਤ ਅਧਿਕ ਲੰਬੇ। ਤੇ ਕਹਿੰਦੇ ਬਹੁਤ ਗਰਾਰੇ ਤੰਬੇ, ਖੁੱਲੇ ਪਜਾਮੇ ਪਾ ਲਏ। ਤੰਬਾ ਮੁਸਲਮਾਨ ਪਾਉਂਦੇ ਹੁੰਦੇ, ਖੁੱਲਾ ਪਜਾਮਾ। ਤਹਿਮਤ ਖੁੱਲੀਆਂ ਸਲਵਾਰਾਂ, ਅਧਿਕ ਲੰਬੇ ਤੇੜ ਬੱਧੇ ਲੰਮੇ ਚਾਦਰੇ।
ਜਿਨੈ ਦੇਖ ਸਿੱਖੀ ਗਊ ਕੰਬੇ ਤਰੁਕ ਗਨ ਕੈ। ਜਿਨ੍ਹਾਂ ਨੂੰ ਦੇਖ ਕੇ ਗਿਆਨੀ ਜੀ ਕਹਿੰਦੇ ਐਂ ਲੱਗਦਾ ਵੀ ਇਹ ਸਿੱਖ ਤਾਂ ਹੈ ਨਹੀਂ, ਇਹ ਤੇ ਮੁਸਲਮਾਨ ਹੈ। ਇਹਨਾਂ ਨੂੰ ਦੇਖ ਕੇ ਤਾਂ ਸਿੱਖੀ ਰੂਪੀ ਗਊ ਹੁਣ ਕੰਬਣ ਲੱਗ ਗਈ ਵੀ ਮੈਂ ਇਹ ਜੀ ਸੀ ਜਿਹੇ ਜੇ ਹੁਣ ਫਿਰਦੇ ਇਹ ਬਣੇ। ਮੈਂ ਤਾਂ ਉਹ ਸੀ ਚੋਲਿਆਂ ਦੇ ਨਾਲ ਕਸ਼ਹਿਰੇ ਪਾ ਕੇ ਸਿੰਘ ਉੱਤੋਂ ਦੀ ਗਾਤਰੇ ਸਜਾ ਕੇ ਜਾਂਦੇ ਹੁੰਦੇ ਸੀ, ਉਹ ਸੀ ਸਿੱਖੀ। ਆਹ ਬਾਣੇ ਜਿਹੜੇ ਹੋ ਗਏ ਇਹਨੂੰ ਤਾਂ ਗਿਆਨੀ ਜੀ ਕਹਿੰਦੇ ਸਿੱਖੀ ਰੂਪੀ ਗਊ ਵੇਖ ਕੇ ਤੁਰਕ ਜਾਣ ਕੇ ਕੰਬ ਜਾਂਦੀ ਹੈ। ਸਿੱਖੀ ਦਸਮੇਸ਼ ਕੀ ਸੁਕੀਆ ਪ੍ਰਦੇਸ਼ ਗੀ। ਇਹ 10ਵੇਂ ਪਾਤਸ਼ਾਹ ਜੀ ਦੀ ਸਿੱਖੀ ਰੂਪੀ ਆਪਣੀ ਇਹ ਤਾਂ ਧਰਮ ਪਤਨੀ ਹੁਣ ਪ੍ਰਦੇਸ਼ ਹੀ ਚਲੀ ਗਈ। ਅਸਿੱਖੀ ਪਰੀ ਪੇਸ਼ਗੀ ਛਨਾਰ ਬਨ ਠਨ ਕੈ। ਹੁਣ ਤਾਂ ਕਹਿੰਦੇ ਅਸਿੱਖੀ ਆੜਾ ਲਾ ਕੇ ਇਹ ਇੱਕ ਬੇਵਿਚਾਰ ਨਿਸਤਰੀ ਰੂਪ ਬਣ ਕੇ ਬਣ ਠਣ ਕੇ ਪੇਸ਼ ਹੋ ਰਹੀ ਹੈ, ਹੋਰ ਤਰ੍ਹਾਂ ਦੀ ਬਣ ਕੇ। ਕਈ ਬਾਰ ਪਾਰੈ ਓਚੈ ਨਾਕ ਨੋਚੈ ਮੋਚਨੇ ਲੈ। ਕਿਵੇਂ ਕਹਿੰਦੇ ਕਈ ਬਾਲਾਂ ਨੂੰ ਪੁੱਟਣ ਲੱਗ ਗਏ, ਕਈ ਭਾਈ ਕੱਟਦੇ ਐ, ਕਈ ਮੋਚਨੇ ਲੈ ਕੇ ਨੱਕ ਚੋਂ ਵਾਲ ਖਿੱਚਦੇ ਅੱਗੇ ਜਾਂ ਕੋਈ ਬਹੁਤ ਕਰਦੇ ਹੁੰਦੇ ਸੀ। ਹੁਣ ਤਾਂ ਫਿਰ ਦੁਨੀਆ ਹਟ ਗਈ। ਇਹ ਪਹਿਲਾਂ ਇਹੋ ਜਿਹਾ ਕੋਈ ਕਰੀ ਜਾਣਾ, ਹੁਣ ਜਾਂ ਤਾਂ ਇੱਕ ਪਾਸੇ ਹੋ ਜਾਂਦੇ ਵੀ ਰੱਖ ਲਈ ਜਾਂ ਕਟਾ ਦੀ। ਪਹਿਲਾਂ ਵਿੱਚੋਂ ਖਿੱਚੀ ਜਾਣੇ ਵਾਲ, ਕਈਆਂ ਨੇ ਮੋਚਨੇ ਆਮ ਹੁੰਦੇ ਸੀ ਘਰਾਂ ਚੋਂ, ਵਿੱਚੋਂ ਚਿੱਟਾ ਵਾਲ ਆ ਗਿਆ ਉਹ ਖਿੱਚ ਦੇਣਾ, ਉਹ ਆ ਗਿਆ, ਇਹੋ ਜਿਹਾ ਕੁਛ ਕਰਦੇ। ਹੁਣ ਉਹ ਗਿਆਨੀ ਜੀ ਦੇ ਸਮੇਂ ਵੀ ਇਹ ਗੱਲਾਂ ਅਮੀਰ ਲੋਕ ਕਰਨ ਲੱਗ ਗਏ ਸੀ। ਇਸ ਕਰਕੇ ਕਹਿੰਦੇ ਕਈ ਵਾਰ ਪਾਰੈ ਓਚੈ ਨਾਕ ਨੋਚੈ ਮੋਚਨੇ ਲੈ। ਕਈ ਖੋਚੈ ਲੱਤਨ ਕੋ ਸੋਚੈ ਨਾ ਲਖਾਏ ਹੈ। ਤੇ ਕਈ ਲੱਤਾਂ ਤੋਂ ਵਾਲ ਖੁਰਚਦੇ ਐ, ਨਾ ਇਹ ਗੱਲ ਨੂੰ ਵਿਚਾਰਦੇ ਨੇ, ਨਾ ਜਾਣਦੇ ਨੇ ਕਿ ਮਾੜੀ ਗੱਲ ਹੈ। ਕੋ ਦਾੜੈ ਹੀ ਉਖਾੜੈ ਮੂਛੈ ਪਾੜੈ ਝਾੜ ਨ ਜਿਉ। ਕਈ ਗਿਆਨੀ ਜੀ ਕਹਿੰਦੇ ਕੋਈ ਦਾੜੇ ਨੂੰ ਹੀ ਖੇੜੀ ਜਾਂਦੇ, ਕੋਈ ਮੁੱਛਾਂ ਨੂੰ ਝਾੜਾਂ ਵਾਂਗੂ ਪੁੱਟੀ ਜਾਂਦੇ ਹਨ। ਪੁੱਛੈ ਸੇ ਤਛਾੜੈ ਕੋ ਸਾੜੈ ਦਵਾ ਲਾਏ ਹੈ। ਕਈ ਭਾਈ ਪਸ਼ੂਆਂ ਦੀਆਂ ਪੂਛਾਂ ਵਾਂਗ ਦਾੜਾ ਕਟਾ ਦਿੰਦੇ ਆ ਤੇ ਕੋਈ ਦਵਾਈਆਂ ਲਾ ਲਾ ਕੇ ਸਾੜਦੇ ਨੇ। ਬਗਲੈ ਉਪਾਰੈ ਕੋ ਭੌਹੈ ਸੋਹੈ ਕੀ ਉਖਾਰੈ। ਕੋਈ ਬਗਲਾਂ ਉਪਾਰੇ ਭਾਵ ਕੱਛਾਂ ਦੇ ਰੋਮ ਪੁੱਟਦੇ ਐ। ਕੋਈ ਸਾਹਮਣੇ ਦੀਆਂ ਜਿਹੜੀਆਂ ਭੌਹਾਂ ਦੇ ਵਾਲ ਐ ਉਹ ਖੇਡਦੇ ਹਨ। ਨਾਸਕਾ ਕੋ ਫਾਰੈ ਹਾਥ ਮਾਥ ਪੈ ਚਲਾਏ ਹੈ। ਕੋਈ ਨਾਸਾਂ ਨੂੰ ਪਾੜਦੇ, ਕੋਈ ਮੱਥੇ ਤੇ ਵੀ ਰੋਮ ਕੱਟਣ ਵਾਸਤੇ ਹੱਥ ਚਲਾਉਂਦੇ ਨੇ। ਸਿੱਖਣ ਕੇ ਪੂਤ ਮਜ਼ਬੂਤ ਸਿੰਘ ਨਾਮ ਵਾਰੇ। ਆਹ ਦੇਖੋ ਗਿਆਨੀ ਜੀ ਕਹਿੰਦੇ ਸਿੱਖਾਂ ਦੇ ਪੁੱਤ ਬੜੇ ਤਕੜੇ ਸਿੰਘ ਨਾਮ ਵਾਲੇ। ਹਾਏ ਵੇ ਕਸਾਈ ਰਹੇ ਸਿੱਖੀ ਗਊ ਘਾਏ ਹੈ। ਗਿਆਨੀ ਜੀ ਹੌਂਕਾ ਲੈ ਕੇ ਕਹਿੰਦੇ ਹਾਏ ਕਹਿੰਦੇ ਕਸਾਈ ਬਣ ਕੇ ਸਿੱਖੀ ਰੂਪੀ ਗਊ ਨੂੰ ਮਾਰਨ ਲੱਗੇ ਹੋਏ ਹਨ। ਉਸ ਤਰੈ ਨਾ ਐਹ ਸੂਤ ਉਸ ਤਰੇ ਗਹਿ ਹੈ ਊਤ। ਉਸ ਤਰੈ ਨਾ ਐਹ ਸੂਤ ਉਸ ਤਰੇ ਗਹੇ ਹੈ ਊਤ। ਕਹਿੰਦੇ ਜਦੋਂ ਉਸ ਤਰ੍ਹਾਂ ਰੋਮ ਨਹੀਂ ਸੂਤ ਆਉਂਦੇ ਨਾ ਤਾਂ ਫਿਰ ਇਹ ਮੂਰਖ ਉਸਤਰੇ ਫੜ ਲੈਂਦੇ ਨੇ। ਬੁਸਤਰੇ ਕਪੂਤ ਚਹਿ ਚੁਸਤਰੇ ਕੋ ਰਸ ਸੈ। ਫਿਰ ਕਪੁੱਤਰ ਬਣ ਕੇ ਬੁਸਤਰੇ ਬੜੀਆਂ ਖੂਬਸੂਰਤ ਖੁਸ਼ਬੂਦਾਰ ਵਸਤੂਆਂ ਚਾਹੁੰਦੇ ਐ, ਖੋਟੇ ਰਸਾਂ ਵਿੱਚ ਲੱਗ ਕੇ ਚੁਸਤ ਹੋ ਕੇ ਲੱਗਦੇ ਨੇ। ਕੋ ਮੂਡ ਮੂੰਡ ਗਹਿ ਸਿੰਘਾ ਜੂੜੇ ਝਾੜੈ ਪਾੜੈ। ਕਈ ਕਹਿੰਦੇ ਮੂਰਖ ਕੋ ਮੂਡ ਮੂੰਡ ਗਹਿ ਮੋਨੇ ਹੋ ਕੇ ਫਿਰ ਭਾਈ ਗਹਿ ਸਿੰਘਾਂ ਵਜਾਉਣ ਵਾਸਤੇ ਸਿੰਘ ਫੜ ਲੈਂਦੇ ਆ। ਜੂੜੇ ਝਾੜੈ ਪਾੜੈ ਜੂੜਿਆਂ ਨੂੰ ਝਾੜ ਕੇ ਭਾਵ ਕਤਲ ਕਰ ਦਿੰਦੇ ਆ, ਸਿਰ ਨਾਲੋਂ ਜੂੜਾ ਵੱਖ ਕਰ ਦਿੰਦੇ ਨੇ। ਕੈਂਚੀ ਚਾਕੂ ਸੈ ਫਾੜੈ ਕਾਢ ਰਹੇ ਤਸਮੇ। ਕੈਂਚੀਆਂ ਤੇ ਚਾਕੂਆਂ ਨਾਲ ਪਾੜ ਕੇ ਕੇਸਾਂ ਦੇ ਤਸਮੇ ਕੱਢ ਰਹੇ ਹਨ। ਸੰਗੀ ਕੋ ਉਦਾਸੀ ਹੋ ਕੇ ਫਾਂਸੀ ਦੇ ਤਰਾਸ਼ੀ ਮਾਰੈ। ਕਿਸੇ ਨੂੰ ਕੱਟ ਕੇ ਤਰਾਸ਼ ਕੇ ਤੇ ਕਿਸੇ ਨੂੰ ਫਾਂਸੀ ਦੇ ਕੇ ਮਾਰ ਦਿੰਦੇ ਹਨ।
ਹਾਸੀ ਜੋਗ ਥਾਏ ਹੈ ਜਹਾਨ ਉਸ ਅਸ ਮੈਂ। ਇਸ ਤਰ੍ਹਾਂ ਜਿਹੜੇ ਉਦਾਸੀਆਂ ਦੇ ਸੰਗੀ ਬਣ ਕੇ ਆ ਕੁਛ ਕੀਤਾ ਔਰ ਇਸ ਹਾਸੀ ਜੋਗ ਥਾਏ ਹੈ ਜਹਾਨ ਉਸ ਅਸ ਮੈਂ, ਲੋਕ ਤੇ ਪ੍ਰਲੋਕ ਵਿੱਚ ਫਿਰ ਉਹ ਹਾਸੇ ਦੇ ਜੋਗ ਹੋ ਜਾਂਦੇ ਨੇ। ਕਸ ਮੈਂ ਖਾ ਕਹਿਹੂੰ ਗੁਰ ਦਸਵੇਂ ਕੀ ਸਿੱਖੀ ਗਾਏ। ਗਿਆਨੀ ਜੀ ਕਹਿੰਦੇ ਮੈਂ ਕਸਮ ਖਾ ਕੇ ਕਹਿਣਾ, ਸਹੁੰ ਖਾ ਕੇ ਦੱਸਦਾ ਵੀ ਜਿਹੜੀ ਇਹ ਭਾਈ ਗੁਰੂ ਦਸਵੇਂ ਪਾਤਸ਼ਾਹ ਦੀ ਸਿੱਖੀ ਰੂਪੀ ਗਾਂ ਹੈ, ਹਾਏ ਬਿਨ ਖਸਮੈ ਕਸਾਬੈ ਭਰੀ ਬਸ ਮੈਂ। ਕਹਿੰਦੇ ਹਾਏ ਵੇ, ਇਹ ਤਾਂ ਹੁਣ ਖਸਮ ਮਾਲਕ ਤੋਂ ਬਿਨਾਂ ਇਹ ਹਾਲ ਹੋ ਗਏ ਜਿਵੇਂ ਮਾਲਕ ਤੋਂ ਬਿਨਾਂ ਗਊ ਕਸਾਈਆਂ ਦੇ ਵੱਸ ਪੈ ਜੇ। ਹੁਣ ਕਹਿੰਦੇ ਸਿੱਖੀ ਇਹਨਾਂ ਕਸਾਈਆਂ ਦੇ ਵੱਸ ਪੈ ਗਈ ਜਿਹੜੇ ਚਾਰੇ ਪਾਸੇ ਨੂੰ ਖੁਆਰ ਕਰਨ ਤੇ ਲੱਗੇ ਹੋਏ। ਕਿਉਂ ਨਾ ਥਾ ਇਹ ਮੰਦ ਹਾਲ ਸਿੰਘੈ ਜੋ ਫਰੀ ਕੁਚਾਲ। ਕਹਿੰਦੇ ਫਿਰ ਜਿਹੜੀ ਇਹ ਸਿੰਘਾਂ ਨੇ ਮਾੜੀ ਚਾਲ ਫੜ ਲਈ ਫਿਰ ਇਹਨਾਂ ਦਾ ਮੰਦਾ ਹਾਲ ਕਿਉਂ ਨਹੀਂ ਹੋਊਗਾ। ਸਿੱਖੀ ਕੀ ਹਰੀ ਸੰਭਾਲ ਚਾਲ ਧਰਮ ਕੀ ਤਜੀ। ਇਹਨਾਂ ਨੇ ਸਿੱਖੀ ਦੀ ਸੰਭਾਲ ਛੱਡਤੀ, ਧਰਮ ਦੀ ਚਾਲ ਛੱਡ ਦਿੱਤੀ। ਏਕ ਕਾ ਵਿਰੋਧੀ ਬੀਆ ਅਤ ਸੈ ਅਬੋਧੀ ਥੀਆ। ਇੱਕ ਦਾ ਦੂਜਾ ਵਿਰੋਧੀ ਹੋ ਗਿਆ ਤੇ ਬਹੁਤੇ ਵਿਚਾਰਾਂ ਤੋਂ ਹੀਣੇ ਹੀ ਹੋ ਗਏ। ਨਾ ਨਿਰੋਧ ਕ੍ਰੋਧ ਕੀਆ ਬੋਧ ਬੁੱਧੀ ਨਾ ਭਜੀ। ਤੇ ਕ੍ਰੋਧ ਨਹੀਂ ਰੋਕ ਸਕੇ। ਫਿਰ ਗਿਆਨੀ ਜੀ ਕਹਿੰਦੇ ਗਿਆਨ ਵਾਲੀ ਬੁੱਧੀ ਨਹੀਂ ਭਜੀ, ਭਾਵ ਸੇਵਨ ਗਿਆਨ ਪ੍ਰਾਪਤ ਨਹੀਂ ਕਰਦੇ। ਇਖਲਾਕ ਇਤਫਾਕ ਪਾਕ ਖਾਕ ਮਹਿ ਰੁਲਾਏ। ਏਕਾ ਤੇ ਇਤਫਾਕ ਇਖਲਾਕ ਪਵਿੱਤਰ ਆਚਰਣ ਏਕਾ, ਖਾਕ ਮੈਂ ਰੁਲਾਏ ਤਾਂ ਮਿੱਟੀ ਚ ਰਲਾ ਦਿੱਤੇ। ਚਾਕ ਕੀਨੇ ਪ੍ਰੇਮ ਨੇਮ ਛੇਮ ਕੇਮ ਹੋਇ ਅਜੀ। ਪ੍ਰੇਮ ਤੇ ਨੇਮ ਇਹਨਾਂ ਨੇ ਚਾਕ ਕਰਤੇ, ਗਿਆਨੀ ਜੀ ਕਹਿੰਦੇ ਚੀਰ ਦਿੱਤੇ। ਹੋਇ ਅਜੀ, ਹੁਣ ਦੱਸੋ ਭਾਈ ਫਿਰ ਛੇਮ ਕੇਮ ਹੋਇ ਅਜੀ, ਇਹਨਾਂ ਦਾ ਕਲਿਆਣ ਕਿਵੇਂ ਹੋਊਗਾ। ਪਿਆਰ ਲੈ ਬਿਲਾਰਨ ਤੈ ਬਾਕ ਕਾਕ ਕਾਰਨ ਤੈ। ਇਹ ਤਾਂ ਹੁਣ ਹਾਲ ਇਹ ਹੋ ਗਿਆ ਬਿੱਲਿਆਂ ਤੋਂ ਪਿਆਰ ਤੇ ਕਾਲੇ ਕਾਮਾਂ ਤੋਂ ਬਚਨ ਲੈ ਰਹੇ ਨੇ। ਪ੍ਰੀਤ ਬੇਵਿਚਾਰਨ ਤੈ ਸੀਖ ਸਿੱਖ ਕਹਿ ਸਜੀ। ਔਰ ਬੇਵਿਚਾਰਾਂ ਤੋਂ ਪ੍ਰੀਤੀ ਭਾਲਦੇ ਆ, ਭਾਵ ਹੈ ਵੀ ਜਿੱਥੋਂ ਕੁਛ ਮਿਲਣਾ ਨਹੀਂ ਉੱਥੋਂ ਭਾਲਦੇ ਨੇ। ਬਿੱਲਿਆਂ ਤੋਂ ਪਿਆਰ ਭਾਲਦੇ ਆ, ਕਾਲੇ ਕਾਵਾਂ ਤੋਂ ਮਿੱਠੇ ਬਚਨ ਭਾਲਦੇ ਨੇ। ਬੇਵਿਚਾਰਨਾ ਤੋਂ ਪ੍ਰੀਤੀ। ਸੀਖ ਸਿੱਖ ਕਹਿ ਸਜੀ, ਸਿੱਖ ਕੇ ਸਿੱਖ ਕਿਵੇਂ ਸਜਣ ਫਿਰ। ਇਸ਼ਟ ਕੀ ਨਾ ਮਾਨੈ ਆਨ ਮਿਸ਼ਟ ਭੀ ਨਾ ਬੋਲੇ ਬਾਨ। ਹੁਣ ਤਾਂ ਕਹਿੰਦੇ ਏਡੇ ਹੋ ਗਏ ਵੀ ਕੋਈ ਇਸ਼ਟ ਦੀ ਕਸਮ ਵੀ ਖਾਵੇ, ਇਸ਼ਟ ਦੀ ਕਸਮ ਨੂੰ ਨਹੀਂ ਮੰਨਦੇ। ਤੇ ਮਿਸ਼ਟ ਭੀ ਨਾ ਬੋਲੇ ਬਾਨ, ਬਾਨ ਕਹੀਏ ਬਚਨ, ਬਾਣੀ ਵੀ ਮਿੱਠੀ ਨਹੀਂ ਬੋਲਦੇ ਹਨ। ਸ੍ਰਿਸ਼ਟ ਕੀ ਪਛਾਨ ਨਾ ਉਚਿਸ਼ਟ ਕੀ ਗਿਲਾਨੀ ਹੈ। ਤੇ ਨਾ ਇਹਨਾਂ ਨੂੰ ਚੰਗੀ ਸ੍ਰੇਸ਼ਟ ਵਸਤੂ ਦੀ ਪਛਾਣ ਹੈ ਤੇ ਨਾ ਹੁਣ ਉਚਿਸ਼ਟ, ਨਾ ਇਹ ਕਹਿੰਦੇ ਝੂਠ ਤੋਂ ਹੀ ਨਫ਼ਰਤ ਮੰਨਦੇ ਨੇ। ਸੇਵ ਹੈ ਕਨਿਸ਼ਟ ਭ੍ਰਿਸ਼ਟ ਕਾਮ ਕਰ ਹੈ ਅਨਿਸ਼ਟ। ਸਗੋਂ ਨੀਚ ਔਰ ਭ੍ਰਿਸ਼ਟਿਆਂ ਹੋਇਆਂ ਦੀ ਸੇਵਾ ਕਰਦੇ ਆ ਔਰ ਅਨਿਸ਼ਟ ਮਾੜੇ ਕਰਮ ਕਰਦੇ ਹਨ। ਇਹੋ ਜਿਹੇ ਅੱਜ ਤੁਸੀਂ ਦੇਖੋ ਵਿੱਚ ਇਹੋ ਜਿਹੇ ਸਾਧੂ ਸੰਤਾਂ ਨੂੰ ਵੀ ਦੁਨੀਆ ਮੰਨੀ ਜਾਂਦੀ ਹੈ ਜਿਨ੍ਹਾਂ ਦੇ ਕਰਮ ਦੁਨੀਆ ਦੇ ਸਾਹਮਣੇ ਆ ਗਏ। ਨੀਚ ਤੋਂ ਨੀਚ ਕਰਮ ਵੀ ਦੁਨੀਆ ਦੇ ਸਾਹਮਣੇ ਆ ਗਏ, ਫਿਰ ਵੀ ਨਹੀਂ ਦੁਨੀਆ ਹਟਦੀ। ਇਹ ਕਲਯੁਗ ਦੀ ਨਿਸ਼ਾਨੀ ਹੋਈ ਹੈ। ਇਹ ਗੱਲਾਂ ਗਿਆਨੀ ਜੀ ਨੇ ਸੈਂਕੜੇ ਸਾਲ ਪਹਿਲਾਂ ਲਿਖਤੀਆਂ ਕਿ ਸੇਵ ਹੈ ਕਨਿਸ਼ਟ, ਕਨਿਸ਼ਟ ਪੁਰਸ਼ਾਂ ਦੀ ਸੇਵਾ ਕਰੂ ਦੁਨੀਆ। ਭ੍ਰਿਸ਼ਟ ਕਾਮ ਕਰ ਹੈ ਅਨਿਸ਼ਟ, ਭ੍ਰਿਸ਼ਟ ਹੋਇਆਂ ਦੀ ਕਨਿਸ਼ਟ ਭ੍ਰਿਸ਼ਟੇ ਨੀਚ ਲੋਕਾਂ ਦੀ ਸੇਵਾ ਹੋ ਤੇ ਮਾੜੇ ਕਰਮ ਜਿਹੜੇ ਕਰਦੇ। ਭ੍ਰਿਸ਼ਟ ਪੈ ਕੁਮੀਤ ਮੀਤ ਦ੍ਰਿਸ਼ਟ ਪੈ ਮਹਾਨੀ ਹੈ। ਔਰ ਐਸਾ ਹਾਲ ਹੋ ਗਿਆ ਪਿੱਠ ਦੇ ਪਿੱਛੇ ਖੋਟੇ ਬੰਦੇ ਮਿੱਤਰ ਬਣ ਜਾਂਦੇ ਨੇ ਤੇ ਅੱਖਾਂ ਦੇ ਸਾਹਮਣੇ ਵੱਡੇ ਮਿੱਤਰ ਬਣ ਕੇ ਦਿਖਾਉਂਦੇ ਹਨ। ਭੈਰੋਂ ਕੋ ਚੜਾਤ ਮੁਰਗਾ ਤੈ ਮਦ ਦੁਰਗਾ ਕੋ। ਇਹ ਕਹਿੰਦੇ ਇਹ ਦੇਖ ਲਓ ਸਿੱਖਾਂ ਦਾ ਹਾਲ। ਕੋਈ ਭੈਰੋਂ ਦੇ ਮੁਰਗੇ ਚੜਾਈ ਜਾਂਦਾ, ਕੋਈ ਦੁਰਗਾ ਦੇ ਸ਼ਰਾਬ ਚੜਾਈ ਜਾਂਦਾ ਹੈ,
ਉਰਗਾਂ ਕੋ ਪੂਜੈ ਹੁੰਜੈ ਤੁਰਗਾ ਮਸਾਨੀ ਹੈ। ਫਿਰ ਗਿਆਨੀ ਜੀ ਕਹਿੰਦੇ ਗੁੱਗੇ ਆਦਿਕ ਸੱਪਾਂ ਨੂੰ ਪੂਜਦੇ ਆ। ਉਰਗਾਂ ਕੋ ਪੂਜੈ ਹੁੰਜੈ ਤੁਰਗਾ ਮਸਾਨੀ ਹੈ। ਮਸਾਣਾ ਚ ਰਹਿਣ ਵਾਲੀ ਇੱਕ ਦੇਵੀ ਸੀਤਲਾ ਤੁਰਗਾ, ਉਹਦੇ ਸਥਾਨ ਤੇ ਜਾ ਕੇ ਝਾੜੂ ਦਿੰਦੇ ਨੇ। ਤਿਆਗੈ ਨਿਜ ਧਰਮ ਕਰਮ ਸ਼ੁਭ ਹੂੰ ਤੈ ਭਾਗੈ। ਆਪਣਾ ਧਰਮ ਛੱਡਤਾ, ਸ਼ੁਭ ਕਰਮਾਂ ਤੋਂ ਜਿਹੜੇ ਗੁਰੂ ਮਹਾਰਾਜ ਨੇ ਦੱਸੇ ਤੋਂ ਤਾਂ ਭੱਜ ਰਹੇ ਨੇ। ਅਨੁਰਾਗੈ ਸਤ ਸੰਗ ਮੈਂ ਨਾ ਪਾਗੈ ਬਾਣੀ ਹੈ। ਤੇ ਸਤਸੰਗ ਵਿੱਚ ਪ੍ਰੇਮ ਨਹੀਂ ਕਰਦੇ ਤੇ ਨਾ ਭਾਈ ਗੁਰੂ ਦੀ ਬਾਣੀ 'ਚ ਹੀ ਲੀਨ ਹੁੰਦੇ ਹਨ। ਨਿਜ ਤਨ ਤੀਆ ਸੁਤ ਸੁਤਾ ਕੋ ਸ਼ਿੰਗਾਰ ਰਾਖੈ। ਰਹਿ ਕੀ ਗਿਆ? ਕਹਿੰਦੇ ਨਿਜ ਤਨ, ਜਾਂ ਤਾਂ ਆਪਣਾ ਸਰੀਰ, ਤੀਆ ਇਸਤਰੀ, ਸੁੱਤ ਸੁੱਤਾ ਪੁੱਤਰ ਤੇ ਪੁੱਤਰੀਆਂ, ਇਹਨਾਂ ਨੂੰ ਸ਼ਿੰਗਾਰਨ ਤੇ ਲੱਗੇ ਹੋਏ ਹਨ। ਜੋ ਵਹਿ ਭਾਖੈ ਰਾਖੈ ਆਗੇ ਲਿਆਏ ਤਿਨ ਕੈ। ਤੇ ਜਿਹੜਾ ਕੁਝ ਉਹ ਕਹਿੰਦੇ ਨੇ ਨਾ, ਉਹ ਕਿਵੇਂ ਨਾ ਕਿਵੇਂ ਟੇਢੇ ਬਿੰਗੇ ਢੰਗ ਨਾਲ ਵੀ ਲਿਆ ਕੇ ਉਹਨਾਂ ਦੇ ਅੱਗੇ ਰੱਖਦੇ ਹਨ। ਮਾਤ ਪਿਤਾ ਬਿਰਦਾ ਜੇ ਖਾਨ ਪਹਿਰਾਨ ਚਹਿ। ਜੇ ਕਹਿੰਦੇ ਬੁੱਢੇ ਮਾਤਾ ਪਿਤਾ ਕੁਛ ਖਾਣਾ ਤੇ ਪਹਿਨਣਾ ਚਾਹੁੰਦੇ ਹਨ, ਦੈ ਕੈ ਗਾਰ ਕਹਿ ਤਿਨੈ ਰਾਖੀ ਥੈਲੀ ਗਿਣ ਕੈ। ਉਹਨੂੰ ਗਾਲਾਂ ਦੇ ਕੇ ਕਹਿੰਦੇ ਆ ਵੀ ਤੂੰ ਕਿਹੜੀਆਂ ਗਿਣ ਕੇ ਥੈਲੀਆਂ ਰੱਖੀਆਂ ਹੋਈਆਂ ਹਨ ਮੇਰੇ ਵਾਸਤੇ। ਈਸ ਗੁਰੂ ਹਿਤ ਦਸਵੰਧ ਦੈ ਨਾ ਰਹਿਓ ਕਿਤ। ਪਰਮੇਸ਼ਰ ਗੁਰੂ ਦੇ ਵਾਸਤੇ ਤਾਂ ਜਿਹੜਾ ਦਸਵੰਧ ਹੈ ਉਹ ਦੇਣਾ ਕਿਤੇ ਹੀ ਰਹਿ ਗਿਆ। ਦਸਵੰਧ ਤਾਂ ਕਹਿੰਦੇ ਬਹੁਤ ਦੂਰ ਦੀ ਗੱਲ ਹੋ ਗਈ। 20-30ਵਾਂ ਭੀ ਹਿੱਸਾ ਦੇਤ ਨਾਹੇ ਮਿਣ ਕੈ। ਹੁਣ ਤਾਂ ਕਹਿੰਦੇ 20ਵਾਂ-30ਵਾਂ ਹਿੱਸਾ ਵੀ ਮਿਣ ਕੇ ਨਹੀਂ ਦਿੰਦਾ ਹੈ ਸਿੱਖ। ਮੀਰਾਂ ਸੋ ਖਿਲਾਤ ਬਜਵਾਤ ਡੋਰੂ ਢੋਲ ਘਰ। ਹੁਣ ਇਹ ਕੀ ਬਣ ਗਿਆ? ਮੀਰਾਂ ਸੋ ਖਿਲਾਤ, ਮਲੇਰਕੋਟਲੇ ਦੇ ਪੀਰ ਮੀਰਾਂ ਨੂੰ ਵੀ ਕਹਿੰਦੇ ਆਉਂਦਾ ਨਾ ਫਲਾਨੇ ਚ ਪੀਰ ਆਉਣ ਲੱਗ ਗਿਆ, ਉਹ ਖੇਡਦਾ। ਕਹਿੰਦੇ ਮੀਰਾਂ ਨੂੰ ਖਿਡਾਉਂਦੇ ਆ, ਡੋਰੂ ਢੋਲ ਘਰਾਂ ਵਿੱਚ ਵਜਵਾਉਣ ਲੱਗ ਪਏ। ਸੰਤ ਗੁਰ ਗ੍ਰੰਥ ਬਿਨ ਮਾਨ ਨਾ ਥਾ ਜਿਨ ਕੈ। ਉਹ ਸਿੱਖ ਜਿਨ੍ਹਾਂ ਦੇ ਘਰਾਂ 'ਚ ਆਹ ਕੁਝ ਹੋਣ ਲੱਗ ਗਿਆ, ਗਿਆਨੀ ਜੀ ਕਹਿੰਦੇ ਕੋਈ ਸਮਾਂ ਸੀ ਸੰਤ ਗੁਰ ਗ੍ਰੰਥ ਬਿਨ ਮਾਨ ਨਾ ਥਾ ਜਿਨ ਕੈ। ਜਿਨ੍ਹਾਂ ਸਿੱਖਾਂ ਦੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਸਿੱਖ ਸਾਧੂਆਂ ਤੋਂ ਬਿਨਾਂ ਹੋਰ ਕਿਸੇ ਨੂੰ ਕਦੇ ਮੰਨਿਆ ਹੀ ਨਹੀਂ ਸੀ ਜਾਂਦਾ, ਅੱਜ ਉਹਨਾਂ ਸਿੱਖਾਂ ਦੇ ਘਰਾਂ ਵਿੱਚ ਪੀਰਾਂ ਦੇ ਢੋਲ ਵੱਜ ਰਹੇ ਆ। ਸੰਤਨ ਕੇ ਸੰਗ ਤੈ ਕੁਰੰਗ ਜਿਉ ਕੁਰੰਗ ਹੋਤ। ਸੰਤਾਂ ਦਾ ਸੰਗ ਹੋਵੇ ਜਿੱਥੇ ਕੋਈ ਚੰਗੀ ਸਤਸੰਗ ਹੈ, ਉੱਥੋਂ ਤਾਂ ਕੁਰੰਗ ਜਿਉ ਕੁਰੰਗ ਹੋਤ। ਕਹਿੰਦੇ ਹਰਨ ਵਾਂਗੂ ਭੱਜਦੇ ਆ, ਦੂਰ ਭੱਜ ਜਾਂਦੇ ਨੇ। ਖੋਤ ਪਰਲੋਕ ਲੋਕ ਓਕ ਨਿਜ ਭੀ ਖਰੈ। ਤੇ ਆਪਣਾ ਲੋਕ ਪਰਲੋਕ ਸ਼ੁਭ ਚੰਗਾ ਘਰ ਵੀ ਗਵਾ ਲੈਂਦੇ ਹਨ। ਪਿਆਰੇ ਪਰ ਤਰਨੀ ਕੇ ਘਰਨੀ ਕੇ ਹੈ ਦੁਪਿਆਰੇ। ਦੇਖੋ ਕੈਸੀ ਗੱਲ ਕਹੀ, ਪਿਆਰੇ ਪਰ ਤਰਨੀ ਕੇ। ਕਹਿੰਦੇ ਪਰਾਈ ਇਸਤਰੀ ਦੇ ਪਿਆਰੇ ਹੋ ਗਏ, ਘਰਨੀ ਕੇ ਹੈ ਦੋ ਪਿਆਰੇ। ਤੇ ਜਿਹੜੀ ਆਪਣੀ ਘਰ ਦੀ ਇਸਤਰੀ ਹੈ ਉਹਦੇ ਦੋ ਪਿਆਰੇ ਭਾਵ ਉਹ ਤੋਂ ਉਹਦੇ ਦੂਰ ਹੋ ਗਏ। ਦੋ ਪਿਆਰੇ ਭਾਵ ਜਿਵੇਂ ਆਪਾਂ ਆੜਾ ਲਾ ਕੇ ਉਹਦਾ ਨੈਗੇਟਿਵ ਪੱਖ ਗਿਣ ਦਿੰਦੇ ਆ, ਪਿਆਰਾ ਤੇ ਦੋ ਪਿਆਰਾ, ਖੋਟਾ ਪਿਆਰ ਪੈ ਗਿਆ। ਕਰਨੀ ਕੇ ਸਿਆਰ ਬਰਨੀ ਕੇ ਸਿੰਘ ਹੂੰ ਤਰੈ। ਹੁਣ ਕਹਿੰਦੇ ਹਾਲ ਹੋ ਗਿਆ ਸਿੰਘਾਂ ਦਾ ਕਿ ਕਰਨੀ ਕੇ ਸਿਆਰ, ਇਹਨਾਂ ਦੀ ਕਰਨੀ ਗਿੱਦੜਾਂ ਵਰਗੀ ਹੈ। ਬਰਨੀ ਕੇ ਸਿੰਘ ਹੂੰ ਤਰੈ, ਪਰ ਕਥਨੀ ਦੇ ਹੀ ਸ਼ੇਰ ਰਹਿ ਗਏ ਨੇ। ਹੁਣ ਐਸਾ ਹਾਲ ਹੋ ਗਿਆ। ਮਾਨਤ ਘੁਮੰਡੀਆਂ ਪਖੰਡੀਆਂ ਅਫੰਡੀਆਂ ਕੋ। ਜਿਹੜੇ ਹੰਕਾਰੀ ਨੇ, ਬਹੁਤ ਪਖੰਡੀ ਫੜਾਂ ਮਾਰਨ ਵਾਲੇ ਐ, ਉਹਨਾਂ ਨੂੰ ਮੰਨਣ ਲੱਗ ਪਏ। ਅੰਡੀਆਂ ਦੇ ਪੰਡੀਆਂ ਕੋ ਭੇਡ ਚਾਲ ਮੈਂ ਚਰੈ। ਤੇ ਪੰਡਤਾਂ ਨੂੰ ਕੱਪੜਾ ਲੀੜੇ ਦੇਣ ਲੱਗ ਪਏ, ਭੇਡਾਂ ਦੀ ਚਾਲ ਚੱਲ ਪਏ। ਜਿਹੜੇ ਸਿੱਖੀ ਵਿੱਚ ਵੀ ਹਾਲ ਇਹ ਹੋ ਗਿਆ। ਲੰਡੀਆਂ ਕੁਰੰਡੀਆਂ ਕੇ ਵਾਸਤੇ ਗਰੀਬਨ ਕੀ। ਗਿਆਨੀ ਜੀ ਕਹਿੰਦੇ ਲੰਡਿਆਂ ਲੁੱਚੀਆਂ ਖੋਟੀਆਂ ਬੇਸ਼ਵਾਵਾਂ ਦੇ ਵਾਸਤੇ ਗਰੀਬਾਂ ਦੀ ਘੰਡੀਆਂ ਮਰੋਰੈ ਭੰਡੀਆਂ ਤੈ ਭੀ ਨਾ ਡਰੈ।
ਉਹ ਗਰੀਬ ਦੀਆਂ ਘੰਡੀਆਂ ਮਰੋੜਦੇ ਆ ਤੇ ਆਪਣੀ ਬਦਨਾਮੀ ਭੰਡੀ ਤੋਂ ਵੀ ਨਹੀਂ ਡਰਦੇ ਹਨ। ਕਾਗਨ ਕੋ ਮੁਕਤਾ ਚੁਗਾਤ ਮੁਕਤਾ ਹਮੇਸ਼। ਇਹ ਹਾਲ ਹੋ ਗਿਆ ਸਿੱਖਾਂ ਦਾ। ਕਾਗਨ ਕੋ ਮੁਕਤਾ ਕਹਿੰਦੇ ਕਾਮਾਂ ਨੂੰ ਮੋਤੀ ਖਵਾਉਣ ਲੱਗ ਪਏ। ਭਾਵ ਜਿਹਦਾ ਗੁਰਮੁਖੋ ਖਾਲਸੇ ਦਾ ਸਤਿਕਾਰ ਕਰਨ। ਹੁਣ ਤੁਸੀਂ ਦੇਖੋ ਵੀ ਖਾਲਸੇ ਦੀ ਨਿੰਦਾ ਤੇ ਪਖੰਡੀਆਂ ਨੂੰ ਦਸਵੰਧ। ਇਹ ਹੋ ਗਿਆ ਸਿੱਖਾਂ ਦਾ ਹਾਲ। ਕਾਗਨ ਕੋ ਮੁਕਤਾ ਚੁਗਾਤ ਮੁਕਤਾ ਹਮੇਸ਼। ਕਾਮਾਂ ਪਾਪੀਆਂ ਨੂੰ ਤਾਂ ਹਮੇਸ਼ਾ ਖੁੱਲੇ ਮੋਤੀ ਚੰਗੇ ਪਦਾਰਥ ਖਵਾਉਂਦੇ ਐ। ਹੰਸਨ ਕੋ ਉਕਤਾ ਨਾ ਚੂਰ ਭੂਰ ਭੀ ਦੇਵੈ। ਪਰ ਜਿਹੜਾ ਹੰਸ ਗੁਰਮੁਖ ਪੁਰਸ਼ ਹੈ, ਕੋਈ ਸੰਤ, ਉਹਨੂੰ ਚੰਗਾ ਪਦਾਰਥ, ਉਹਨੂੰ ਮੋਤੀਆਂ ਦਾ ਕਹਿੰਦੇ ਭੋਰਾ ਜਿੰਨਾ ਚੂਰਾ ਵੀ ਨਹੀਂ ਦਿੰਦੇ ਹਨ। ਇਸੇ ਤਰ੍ਹਾਂ ਹੀ ਹੈ ਸਮਾਜ ਵਿੱਚ। ਤੁਸੀਂ ਦੇਖੋ ਕਾਮਾਂ ਨੂੰ ਮੋਤੀ ਪੈਣ ਲੱਗ ਗਏ ਤੇ ਹੰਸਾਂ ਨੂੰ ਚੂਰਾ ਵੀ ਨਹੀਂ ਮਿਲਦਾ। ਇਹਦਾ ਭਾਵ ਕੀ ਹੈ? ਅੱਜ ਤੁਸੀਂ ਸਮਾਜ ਵਿੱਚ ਦੇਖੋ ਕਲਯੁਗ ਦਾ ਤੇ ਪ੍ਰਚਾਰ ਐਸਾ ਹੋ ਗਿਆ ਕਿ ਜਿਹੜੇ ਵਿਸ਼ਈ ਹੈ, ਵਿਹਲੜ ਹੈ, ਹੋਰ ਜਿਨ੍ਹਾਂ ਦਾ ਕੋਈ ਬਾਹ ਵਾਸਤਾ ਨਹੀਂ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਉੱਥੇ ਤਾਂ ਦਸਵੰਧ ਦੇਣਾ। ਤੇ ਜਿਹੜਾ ਕੋਈ ਗੁਰੂ ਘਰ ਨਾਲ ਜੁੜਿਆ, ਕੋਈ ਪਾਠੀ ਕੀਰਤਨੀ ਆ, ਉਹਦਾ ਵਿਰੋਧ ਕਰਨ ਲੈ। ਇਹਨਾਂ ਨੂੰ ਕੀ ਲੋੜ ਹੈ? ਕਿਉਂ ਚਿੱਟੇ ਲੀੜੇ ਹੀ ਬੁਰੇ ਲੱਗੀ ਜਾਂਦੇ ਇਹਨਾਂ ਦੇ। ਇਹ ਹਾਲਾਤ ਬੁੱਧੀ ਹੋ ਗਈ ਲੋਕਾਂ ਦੀ ਕਿ ਕਾਮਾਂ ਨੂੰ ਮੋਤੀ ਤੇ ਹੰਸਾਂ ਨੂੰ ਚੂਰਾ ਵੀ ਨਹੀਂ ਮਿਲ ਰਿਹਾ ਹੈ। ਰੰਡੀਆਂ ਕੋ ਡੰਡੀਆਂ ਜਰਾਊ ਚੂਰਾ ਸਾਲ ਸੁੱਠ। ਗਿਆਨੀ ਜੀ ਕਹਿੰਦੇ ਰੰਡੀ ਸ਼ਬਦ ਦਾ ਭਾਵ ਕੀ ਹੁੰਦਾ? ਇੱਕ ਗੱਲ ਸਮਝਣੀ, ਵਿਧਵਾ ਹੋਰ ਹੈ ਤੇ ਰੰਡੀ ਹੋਰ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਗ੍ਰੰਥਾਂ ਵਿੱਚ ਰੰਡੀ ਸ਼ਬਦ ਵੀ ਬਹੁਤ ਵਾਰ ਆਇਆ। ਰੰਡੀ ਦਾ ਅਰਥ ਹੈ ਵੇਸ਼ਿਆ। ਇਹ ਜਦੋਂ ਪੁਰਾਣੀ ਜਿਹੜੀ ਭਾਸ਼ਾ ਸੀ ਇਹ ਸੀ। ਤੇ ਵਿਧਵਾ ਹੁੰਦੀ ਹੈ ਉਹ ਵੱਖਰਾ ਵਿਛਾ ਗਿਆ। ਕੋਈ ਬੀਬੀ ਹੈ, ਪਤੀ ਚੜ੍ਹਾਈ ਕਰ ਗਿਆ, ਉਹ ਤਾਂ ਵਿਧਵਾ ਚ ਆ ਗਈ। ਵਿਧਵਾ ਦਾ ਤਿਰਸਕਾਰ ਨਹੀਂ ਹੈ ਸਿੱਖੀ ਚ, ਇਹ ਵੀ ਜਾਣਨਾ। ਤੇ ਇਹ ਹੈ ਇੱਥੇ ਜਿੱਥੇ ਰੰਡੀਆਂ ਕੋ ਡੰਡੀਆਂ। ਕਹਿੰਦੇ ਬੇਸ਼ਵਾਵਾਂ ਨੂੰ ਤਾਂ ਜੜਾਊ ਡੰਡੀਆਂ, ਕੰਨਾਂ ਦੇ ਗਹਿਣੇ ਜਰਾਓ ਚੂਰਾ ਸਾਲ ਸੁੱਟ। ਜੜਾਊ ਚੂੜੇ ਸੋਹਣੇ ਸ੍ਰੇਸ਼ਟ ਪਹਿਨਾਉਂਦੇ ਐ। ਸੀਲਵਤੀ ਸੁੱਕੀਆਂ ਕੀ ਬਾਤ ਮੋਲ ਨਾ ਲਿਵੈ। ਪਰ ਜਿਹੜੀਆਂ ਪਤੀ ਵਰਤਾ ਹਨ ਆਪਣੀਆਂ ਇਸਤਰੀਆਂ, ਉਹਨਾਂ ਦੀ ਗੱਲ ਦਾ ਮੁੱਲ ਵੀ ਨਹੀਂ ਲੈਂਦੇ, ਉੱਕਾ ਹੀ ਸੁਣਦੇ ਨਹੀਂ ਹਨ। ਮੂਢਨ ਕੋ ਮਾਨਦੈ ਅਗੂੜ ਗੂੜ ਬਿੱਤ ਬਾਹ। ਤੇ ਮੂਰਖਾਂ ਨੂੰ ਤਾਂ ਮਾਣ ਦਿੰਦੇ ਐ, ਗੁਪਤ ਪ੍ਰਗਟ ਬਹੁਤ ਧਨ ਦਿੰਦੇ ਹਨ। ਬੂਢ ਤੈ ਗੁਣੀ ਕੋ ਗਿਆਨ ਨਾਹੇ ਮਾਨ ਹੈ ਕਿਵੈ। ਤੇ ਬੁੱਢੇ ਬਜ਼ੁਰਗਾਂ ਔਰ ਗੁਣੀਆਂ ਪੁਰਸ਼ਾਂ ਦੇ ਗਿਆਨ ਨੂੰ ਕਿਸੇ ਤਰ੍ਹਾਂ ਵੀ ਨਹੀਂ ਮੰਨਦੇ। ਕੰਚਨੀ ਕੋ ਕੰਚਨ ਹੁਧਾਰ ਚਾਏ ਕੈ ਭੀ ਦੇਤ। ਕਹਿੰਦੇ ਬੇਸ਼ਵਾ ਨੂੰ ਸੋਨਾ ਤਾਂ ਕਰਜ਼ਾ ਚੁੱਕ ਕੇ ਵੀ ਦੇ ਦਿੰਦੇ ਹਨ। ਬਾਮਨ ਕੋ ਸੀਧੈ ਤੈ ਜਵਾਬ ਸੂਦਾ ਹੀ ਦੇਵੈ। ਪਰ ਭਾਈ ਜਿਹੜਾ ਕੋਈ ਬ੍ਰਾਹਮਣ ਭਾਵ ਧਰਮੀ ਪੁਰਸ਼ ਹੈ, ਉਹਨੂੰ ਭੋਜਨ ਰਸਦ ਮੰਗਣ ਤੇ ਵੀ ਸਿੱਧਾ ਜਵਾਬ ਮਿਲ ਜਾਂਦਾ ਹੈ ਕਿ ਜਾ ਵਿਹਲੜ ਫਿਰਦਾ ਹੈ। ਗੁਣੀਆਂ ਕੋ ਮਾਨ ਗਿਆਨ ਮੁਨੀਆਂ ਕੋ ਮਾਨੈ ਨਾਹੀ। ਗੁਣੀ ਪੁਰਸ਼ਾਂ ਦਾ ਗਿਆਨ ਤੇ ਮੁਨੀ ਪੁਰਸ਼ਾਂ ਦੇ ਮਾਣ ਨੂੰ ਤਾਂ ਮੰਨਦੇ ਨਹੀਂ। ਦੁਨੀਆ ਕੇ ਧੰਦਨ ਮੈਂ ਬੰਦੇ ਸਮਝਾਲ ਕੀ। ਦੁਨੀਆ ਦੇ ਧੰਦਿਆਂ ਵਿੱਚ ਜਾਲ ਵਾਂਗੂ ਬੰਨੇ ਹੋਏ ਹਨ। ਸੰਤਨ ਕੋ ਸਨਮਾਨ ਭਿੱਛਕੋਂ ਕੋ ਦਾਨ ਨਾਹੀ। ਸੰਤ ਪੁਰਸ਼ਾਂ ਦਾ ਸਨਮਾਨ ਨਹੀਂ ਕਰਦੇ, ਭਿਕਸ਼ ਨੂੰ ਕੋਈ ਦਾਨ ਨਹੀਂ ਦਿੰਦੇ। ਕੋਵਿਦ ਕਵੈ ਪਛਾਨ ਨਾਹੇ ਤਾਨ ਤਾਲ ਕੀ। ਤੇ ਵਿਦਵਾਨ ਕਵੀ ਔਰ ਕੋਈ ਸੰਗੀਤ ਤਾਨ ਤਾਲ ਦੀ ਵੀ ਕੋਈ ਲੋਕਾਂ ਨੂੰ ਪਛਾਣ ਨਹੀਂ। ਪ੍ਰੀਤ ਮੋ ਮੈਂ ਪ੍ਰੀਤ ਹੂਟੀ ਰਾਜਨ ਤੈ ਨੀਤ ਛੂਟੀ। ਕਹਿੰਦੇ ਭਾਈ ਪ੍ਰੀਤਮ ਪਿਆਰੇ ਪੁਰਸ਼ਾਂ ਵਿੱਚੋਂ ਹੁਣ ਪਿਆਰ ਖਤਮ ਹੋ ਗਿਆ, ਰਾਜਿਆਂ ਵਿੱਚੋਂ ਰਾਜਨੀਤੀ ਖਤਮ ਹੋ ਗਈ। ਸ਼ਾਹ ਪ੍ਰਤੀਤ ਫੂਟੀ ਰੀਤ ਕੁਲ ਢਾਲ ਕੀ। ਸ਼ਾਹੂਕਾਰਾਂ ਦਾ ਭਰੋਸਾ ਖਤਮ ਹੋ ਗਿਆ, ਕੁੱਲ ਦੀਆਂ ਰੀਤੀਆਂ ਤੇ ਮਰਜ਼ਾਦਾ ਨਾਸ਼ ਹੋ ਗਈ। ਹਾਏ ਹਰ ਗਿਆਨ ਖਾਏ ਮੰਦਤਾ ਜਹਾਨ ਥਇਓ। ਹਾਏ ਹਰ ਗਿਆਨ, ਗਿਆਨੀ ਗਿਆਨ ਸਿੰਘ ਕਹਿੰਦਾ ਹਾਏ ਖਾਏ ਮੰਦਤਾ ਜਹਾਨ। ਸੰਸਾਰ ਜਿਹੜਾ ਸੀ ਮੰਦੇ ਖਾਣੇ ਬੁਰਾਈਆਂ ਖਾਣ ਵੱਲ ਹੋ ਗਿਆ।
ਛਾਏ ਰਹੀ ਕਾਲਤਾ ਕਰਾਲ ਕਲੂ ਕਾਲ ਕੀ। ਹੁਣ ਤਾਂ ਕਲਯੁਗ ਦੇ ਸਮੇਂ ਦੀ ਬਹੁਤ ਭੈੜੀ ਕਾਲਖ ਹੀ ਉਹ ਸਾਰੇ ਛਾ ਗਈ ਹੈ, ਫੈਲ ਰਹੀ ਹੈ। ਇਸ ਤਰ੍ਹਾਂ ਦਾ ਕੁਝ ਗਿਆਨੀ ਜੀ ਦੱਸ ਰਹੇ ਨੇ। ਆਓ ਹੁਣ ਟਾਈਮ ਦੀ ਸਮਾਪਤੀ ਹੈ, ਬਾਕੀ ਆਪਾਂ ਇਸ ਤੋਂ ਅੱਗੇ ਕੱਲ ਪੜ੍ਹਾਂ ਸੁਣਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।